हाँ जी सरोया साहब, जिस तरह तुसी ਗਏ ਹੋ ਚੀਚਾ ਵਤਨੀ ਸਪੈਸ਼ਲ ਸਮਝ ਲਓ ਕਿ ਵੀ ਜਵੇਦ ਖਾਲਦ ਸਾਹਿਬ ਨੂੰ ਮਿਲਣ ਵਾਸਤੇ ਐਸੇ ਦਿਨ ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਤੇ ਇਹ ਸਮਝ ਲਓ ਵੀ ਸਾਡੀ ਇੱਕ ਰਿਵਾਜ ਹੈ, ਰਸਮ ਹੈ ਪੰਜਾਬ ਦੀ ਵੀ, ਇੱਕ ਦੂਸਰੇ ਨੂੰ ਮਿਲਣ ਨਾਲ ਜਿਹੜਾ ਨਾ ਭਾਈਚਾਰਾ ਵੱਧਦਾ ਹੈ ਔਰ ਸਾਰੇ ਪੂਰੇ ਪੰਜਾਬ ਦੀ ਜਿਹੜੀ ਰਵਾਇਤ ਹੈ ਉਹਨੂੰ ਬਹਾਲ ਰੱਖਣਾ। ਔਰ ਬਾਹਰ ਦੇ ਜਿਹੜੇ ਲੋਕ ਨੇ, ਦੇਖੋ ਜੀ ਸਾਨੂੰ ਪੂਰੀ ਦੁਨੀਆ ਦੇਖਦੀ ਹੈ ਤੇ ਖਾਸ ਕਰਕੇ ਚੜ੍ਹਦਾ ਪੰਜਾਬ, ਤੇ ਅਸੀਂ ਲਹਿੰਦੇ ਪੰਜਾਬ ਦੇ ਵਿੱਚੋਂ ਇਹ ਪੈਗਾਮ ਦਿੰਦੇ ਹਾਂ ਕਿ ਬਈ ਇੱਥੇ ਬਿਲਕੁਲ ਸਕੂਨ ਔਰ ਅਮਨ ਔਰ ਖੁਸ਼ਹਾਲੀ, ਔਰ ਇਹ ਲੋਕ ਇੰਨੇ ਮੁਹੱਬਤ ਵਾਲੇ ਨੇ ਕਿ ਬਈ ਇੰਨੀ ਮੁਹੱਬਤ ਕਰਦੇ ਨੇ, ਯਕੀਨ ਕਰੋ ਆਏ ਗਏ ਦੀ ਬੜੀ ਪਛਾਣ ਹੈ। ਤੇ ਖਾਲਦ ਸਾਹਿਬ ਨੇ ਪੰਜਾਬ ਦੇ ਵਾਸਤੇ ਜਿਹੜਾ ਨਾ, ਦੇਖੋ ਨਾ ਹੁਣ ਤੁਸੀਂ ਚੀਚਾ ਵਤਨੀ 3512 L ਦੇ ਵਿੱਚ ਤੁਸੀਂ ਚੀਚਾ ਵਤਨੀ ਸਪੈਸ਼ਲ ਖਾਲਦ ਸਾਹਿਬ ਕੋਲ ਗਏ ਹੋ, ਜਵੇਦ ਖਾਲਦ ਸਾਹਿਬ ਕੋਲ, ਤੇ ਉਸ ਬੰਦੇ ਨੇ ਪੰਜਾਬ ਵਾਸਤੇ ਪਾਕਿਸਤਾਨ ਵਾਸਤੇ ਇੰਨੀ ਮਿਹਨਤ ਕੀਤੀ ਹੈ ਲੇਕਿਨ ਚਿਹਰਾ ਨਹੀਂ ਦੱਸਿਆ। ਤੇ ਅੱਜ ਮੈਂ ਸਮਝਦਾ ਵੀ ਅਸੀਂ ਵੀ ਤੁਹਾਡੇ ਕੋਲ ਆਏ ਹਾਂ ਐਸੇ ਵਾਸਤੇ ਆਏ ਹਾਂ। ਤੇ ਲੋ ਜੀ ਆਪਣੇ ਚਾਹਣ ਵਾਲਿਆਂ ਨੂੰ, ਮੁਹੱਬਤ ਕਰਨ ਵਾਲਿਆਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਤੁਸੀਂ ਵੀ ਇਹ ਦੇਖੋ ਕਿ ਵੀ ਅਸੀਂ ਪੰਜਾਬ ਵਾਸਤੇ, ਅਸੀਂ ਯਕੀਨ ਕਰੋ ਵੀ ਜ਼ਾਤੀਅਤ ਵਾਸਤੇ ਨਹੀਂ, ਪੰਜਾਬ ਵਾਸਤੇ ਅਸੀਂ ਸਮਝਦੇ ਕਿ ਪੂਰੀ ਦੁਨੀਆ ਸਾਨੂੰ ਦੇਖੇ ਔਰ ਇਸ ਗੱਲ ਨੂੰ ਤਸਲੀਮ ਕਰੇ ਕਿ ਵੀ ਪੰਜਾਬੀ ਜਿਹੜੇ ਨੇ ਇਹ ਇੱਕ ਪਾਕਿਸਤਾਨ ਦੇ ਵਿੱਚ ਇੱਕ ਮੁਲਕ ਦਾ ਨਾਂ ਹੈ, ठीक है, ताकि हर बंदा जड़ा ना वो पंजाब देख के खुश होवे कि भी कैसा जरहेज और खुशहाल लोग, वो कैसी मिट्टी है थे कि सोना उगलदी हर चीज़। लो देखियो तो दुआवां याद रखियो, अगे शेयर भी करियो तो चैनल नू सबसक्राइब भी करियो। लो मैं और तुसी जनाब मेरी दोए असी सरोया साहब दा यह प्रोग्राम देखने। अस्सलाम अस्सलाम वालेकुम। सियाणे कहंदे आ भी राजियां दे घर हीरियां दा काल नहीं हुंदा, भी ना साडे पंजाब च किसी शै दी थोड़ आ ना पंजाबियां च किसी शै दी थोड़ आ। सियाणे तो सुनिया भी कोई किस्सा, कोई कहानी, कोई शै भी वड्डी नहीं हुंदी, ਉਹਨੂੰ ਬਣਾਉਣ ਵਾਲਾ, ਉਹਨੂੰ ਲਿਖਣ ਵਾਲਾ, ਉਹਨੂੰ ਸੁਣਾਉਣ ਵਾਲਾ ਉਹਨੂੰ ਵੱਡੀ ਕਰਦਾ। ਵੀ ਜਿੱਦਾਂ ਹੀਰ ਰਾਂਝਾ ਵਰਗੇ ਲੱਖਾਂ ਆਸ਼ਕ ਹੋਏ, ਪਰ ਜਦੋਂ ਬਾਬੇ ਵਾਰਿਸ ਸ਼ਾਹ ਨੇ ਉਹਨੂੰ ਆਪਣੇ ਅੱਖਰਾਂ ਦੇ ਵਿੱਚ ਉਹਨੂੰ ਪਰੋਇਆ ਨਾ, ਤੇ ਉਹ ਵੱਡੀ ਕਰਤਾ, ਉਸ ਦਾਸਤਾਨ ਨੂੰ ਵੱਡਾ ਕਰਤਾ। ਅੱਜ ਬੰਦੇ ਬੰਦੇ ਨੂੰ ਪਤਾ ਵੀ ਹੀਰ ਵਾਰਿਸ ਸ਼ਾਹ ਕੌਣ ਸੀ। ਇੱਦਾਂ ਹੀ ਉਸਤਾਦ ਪੀਲੂ ਨੇ ਜਦੋਂ ਮੁੰਜ ਦੀ ਰੱਸੀ ਦੇ ਵਿੱਚ ਮੋਤੀ ਪਰੋਏ ਨਾ ਮਿਰਜ਼ਾ ਸਾਹਿਬਾਂ ਦੇ, ਤੇ ਉਹ ਮੈਂ ਕਹਿੰਦਾ ਵੀ ਅੱਜ ਪੰਜਾਬ ਦੇ ਵਿੱਚ ਕੋਈ ਖਾੜਾ ਵੀ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਗਵਈਆ ਮਿਰਜ਼ਾ ਸਾਹਿਬਾਂ ਨਾ ਗਾਵੇ। ਵੀ ਤਖਲੀਕ ਨੂੰ ਵੇਖਿਆ ਪਤਾ ਲੱਗਦਾ ਵੀ ਖਾਲਕ ਕੌਣ ਆ। ਵੀ ਐਸੀ ਤਖਲੀਕਾਂ ਵੀ ਜਿੱਦਾਂ ਮੋਨਾਲੀਜ਼ਾ ਦੀ ਤਸਵੀਰ ਵੇਖਿਆ ਪਤਾ ਲੱਗਦਾ ਨਾ ਵੀ ਇਹਨੂੰ ਬਣਾਉਣ ਵਾਲਾ ਕੋਈ ਵੱਡਾ ਸੀ। ਅੱਜ ਵੀ ਹਾਸੇ ਦੀ ਗੱਲ, ਮੁਸਕਰਾਹਟ ਦੀ ਗੱਲ ਹੋਵੇ ਤਾਂ ਮੋਨਾਲੀਜ਼ਾ ਦੀ ਤਸਵੀਰ ਦਿਮਾਗ 'ਚ ਆਉਂਦੀ, ਬਣਾਉਣ ਵਾਲਾ ਕੋਈ ਐਸਾ ਸੀ। ਇੱਦਾਂ ਹੀ ਸਾਡੇ ਪੰਜਾਬ ਨੂੰ ਸਿਆਣੇ ਦੱਸਦੇ ਆ ਵੀ ਸ਼ੈ ਸੋਹਣੀ ਨਹੀਂ ਹੁੰਦੀ, ਬਾਜੇ ਟਾਈਮ ਦੇਖਣ ਵਾਲੀ ਅੱਖ ਸੋਹਣੀ ਹੁੰਦੀ। ਉਹਨੂੰ ਬੰਦਾ ਦਿਖਾ ਇੱਦਾਂ ਦਿੰਦਾ ਵੀ ਉਹ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ। ਪੰਜਾਬ ਸਾਡਾ ਅੱਗੇ ਵੀ ਸੋਹਣਾ ਸੀ, ਪਰ ਦਿਖਾਉਣ ਵਾਲੇ ਨੇ ਦਿਖਾਇਆ ਇੱਦਾਂ ਵੀ ਉਹ ਦੁਨੀਆ ਖਿੱਚ ਕੇ, ਜਿੱਦਾਂ ਖਿੱਚ ਨਹੀਂ ਪੈਂਦੀ ਵੀ ਬੰਦੇ ਕਹਿੰਦੇ ਨਹੀਂ ਯਾਰ ਇਸ ਸ਼ਹਿਰ ਨੂੰ ਜਾ ਕੇ ਆਪਣੀ ਅੱਖਾਂ ਨਾਲ ਤੋੜ ਦੇਖਾਂ। ਇੱਦਾਂ ਸਾਡੇ ਅਸੀਂ ਜਿੱਥੇ ਅੱਜ ਆਏ ਆ, ਇਹ ਚੀਚਾ ਵਤਨੀ ਦਾ ਇੱਕ ਪਿੰਡ ਆ 3512L ਦੇ ਵਿੱਚ ਅਸੀਂ ਬੈਠੇ ਹਾਂ। ਅਸੀਂ ਆਪਣੇ ਨਿੱਕੇ ਭਰਾ ਦੇ ਕੋਲ ਆਏ ਹਾਂ, ਜਵੇਦ ਖਾਲਕ ਸਾਹਿਬ ਬੈਠੇ ਆ। ਜਵੇਦ ਖਾਲਕ ਸਾਹਿਬ ਦਾ ਬਹੁਤੇ ਬੰਦਿਆਂ ਨੂੰ ਪਤਾ, ਬਹੁਤਿਆਂ ਨੂੰ ਨਹੀਂ ਪਤਾ। ਕਿਉਂ? ਅੱਜ ਦੌਰ ਆ ਮਸ਼ਹੂਰੀ ਦਾ, ਹਰ ਬੰਦਾ ਕਹਿੰਦਾ ਵੀ ਮੇਰੀ ਮਸ਼ਹੂਰੀ ਹੋਵੇ, ਜਾਂ ਕੈਮਰਾ 'ਚ ਕਿਤੇ ਚੱਲੇ ਨਾ ਬੰਦਾ ਕਹਿੰਦਾ ਵੀ ਗਾਹਾਂ ਮੇਰਾ ਮੂੰਹ ਆ ਜਾਵੇ ਵੀ ਮੈਂ ਮਸ਼ਹੂਰ ਹੋ ਜਾ। ਸਾਡਾ ਵੀ ਇਹੀ ਹਾਲ ਆ ਇੱਦਾਂ ਹੀ। ਪਰ ਮੈਂ ਇਹਨੂੰ ਸ਼ਾਬਾਸ਼ ਦੇਣ ਵਾਸਤੇ ਆਇਆ ਵੀ ਇਹਨੇ ਆਪਣੀ ਮਸ਼ਹੂਰੀ ਨਹੀਂ ਕੀਤੀ, ਇਹਨੇ ਪੰਜਾਬ ਦੀ ਕੀਤੀ, ਪੰਜਾਬ ਦਿਖਾਇਆ, ਪੰਜਾਬ ਦੀ ਖੂਬਸੂਰਤੀ ਨੂੰ ਦਿਖਾਇਆ। ਆਪ ਨੂੰ ਇਹਨੇ ਲਿਆ ਹੀ ਨਹੀਂ ਕੈਮਰੇ ਦੇ ਵਿੱਚ। ਕਿੰਨੇ ਇਹਨੂੰ ਸਾਲ ਹੋ ਗਏ ਕੰਮ ਕਰਦੇ ਨੂੰ, ਕਿੰਨਾ ਟਾਈਮ ਹੋ ਗਿਆ, ਕਿੰਨੀਆਂ ਇਹਨੇ 100ਵਾਂ ਦੇ ਹਿਸਾਬ ਨਾਲ ਵੀਡੀਓ ਬਣਾਤੀਆਂ, ਪਰ ਆਪਦੇ ਆਪ ਨੂੰ ਇਹਨੇ ਦਿਖਾਇਆ ਨਹੀਂ। ਤੇ ਅਸੀਂ ਫਖਰ ਮਹਿਸੂਸ ਕਰ ਰਹੇ ਹਾਂ ਅੱਜ ਕਿ ਸਾਡੇ ਕੈਮਰੇ ਦੇ ਵਿੱਚ ਜਵੇਦ ਖਾਲਕ ਸਾਹਿਬ ਨੂੰ ਅਸੀਂ ਦਿਖਾ ਰਹੇ ਹਾਂ। ਜਦੋਂ ਪੰਜਾਬ ਦੀ ਗੱਲ ਹੋਵੇ, ਜਦੋਂ ਪੰਜਾਬੀ ਦੀ ਗੱਲ ਹੋਵੇ, ਜਿੱਦਾਂ ਸਾਡੇ ਮੁੰਡੇ ਬਾਕੀ ਪੰਜਾਬੀ ਆਪਣਾ ਆਪਣਾ ਹਿੱਸਾ ਪਾ ਰਹੇ ਆ, ਨਾਸਰ ਢਿੱਲੋਂ ਸਾਹਿਬ ਆ, ਜ਼ੇਬੀ ਹੰਜਰਾ ਸਾਹਿਬ ਆ, ਕੋਈ ਆਪਣੀ ਬੋਲ ਕੇ ਹਿੱਸਾ ਪਾ ਰਿਹਾ, ਕੋਈ ਸਾਂਝ ਦੇ ਵਿੱਚ ਹਿੱਸਾ ਪਾ ਰਿਹਾ, ਸਾਰੇ ਆਪਣਾ ਆਪਣਾ ਹਿੱਸਾ ਪਾ ਰਹੇ। ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਜਵੇਦ ਖਾਲਕ ਸਾਹਿਬ ਦਾ। ਜਵੇਦ ਖਾਲਕ ਸਾਹਿਬ ਵੀ ਇੱਕ ਆਪਣਾ ਬਹੁਤ ਵੱਡਾ ਹਿੱਸਾ ਪਾ ਰਹੇ ਆ। ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਸਾਡੇ ਪੰਜਾਬ ਨੂੰ ਇਹਨਾਂ ਨੇ ਅਮਰੀਕਾ, ਕੈਨੇਡਾ ਤੇ ਕਿੱਥੇ ਕਿੱਥੇ ਤੱਕ ਇਹਨਾਂ ਨੇ, ਜਰਮਨੀ, ਫਰਾਂਸ, ਐਸੇ ਐਸੇ ਮੁਲਕਾਂ ਤੱਕ ਇਹਨਾਂ ਦੀ ਵੀਡੀਓ ਪਹੁੰਚੀਆਂ, ਦੇਖੀਆਂ, ਤੇ ਪਤਾ ਲੱਗ, ਉਹ ਬੈਠ ਕੇ ਉੱਥੇ ਬੈਠ ਕੇ ਕਹਿੰਦੇ ਸੀ ਯਾਰ ਕੈਸੀ ਜੰਨਤ ਦਾ ਟੁਕੜਾ ਵੀ ਇਹ ਪੰਜਾਬ ਜਿਹੜਾ ਜਵੇਦ ਖਾਲਕ ਦਿਖਾਉਂਦਾ। ਇਹਨੇ ਦਿਖਾਇਆ ਹੀ ਐਡਾ ਸੋਹਣਾ ਕਰਕੇ, ਕੈਮਰੇ ਦੀ ਅੱਖ ਦੇ ਵਿੱਚ ਸ਼ਾਇਦ ਨੂੰ ਇੰਨਾ ਸੋਹਣਾ ਕਰਕੇ ਦਿਖਾਇਆ ਨਾ ਇਹਨਾਂ ਨੇ ਵੀ ਦੁਨੀਆ ਹੁਣ ਕਹਿੰਦੀ ਹੈ ਵੀ ਅਸੀਂ ਜਾ ਕੇ ਉਹ ਪਾਕਿਸਤਾਨ ਦੇ ਵਿੱਚ ਉਹ ਜੰਨਤ ਦਾ ਟੋਟਾ ਪੰਜਾਬ ਦੇਖਣਾ। ਦਿਖਾ ਜਵੇਦ ਖਾਲਕ ਸਾਹਿਬ ਨੇ ਇੱਦਾਂ ਦਿੱਤਾ।
ਸਾਡੇ ਜੀ ਕਿਤੇ ਪੰਜਾਬ ਦੀ ਕੋਈ ਗੱਲ ਹੋਵੇ ਨਾ, ਜਿੱਦਾਂ ਹੁਣ ਸਾਡੇ ਇੱਥੇ ਪੰਜਾਬੀ ਕਾਨਫਰੰਸ ਹੋ ਰਹੀ ਹੈ ਜਾਂ ਹੋਰ ਮੌਕਿਆਂ ਦੇ ਉੱਤੇ, ਮੈਂ ਉਹਨਾਂ ਦੇ ਵਿੱਚ ਤਾਂ ਇੰਤਜ਼ਾਮੀਆ ਦੇ ਵਿੱਚ ਹੈ ਨਹੀਂ, ਜਾਂ ਕੋਈ ਮੈਂ ਕੋਈ ਵਜ਼ੀਰ ਆਜ਼ਮ ਵੀ ਹੈ ਨਹੀਂ, ਜੇ ਕੋਈ ਸਦਾਰਤੀ ਅਵਾਰਡ ਵੀ ਮੇਰੇ ਕੋਲ ਹੁੰਦਾ ਤੇ ਮੈਂ ਆਪਣੇ ਨਿੱਕੇ ਭਰਾ ਨੂੰ ਜ਼ਰੂਰ ਦਿੰਦਾ ਵੀ ਯਾਰ ਤੂੰ ਪੰਜਾਬ ਵਾਸਤੇ ਇੰਨਾ ਕੰਮ ਕੀਤਾ, ਇੰਨੀ ਮਿਹਨਤ ਕੀਤੀ ਆ। ਪਰ ਸਾਡੇ ਕੋਲ ਆ ਜਿਹੜਾ ਇਸ ਟਾਈਮ ਲਫ਼ਜ਼ਾਂ ਦਾ ਅਵਾਰਡ ਹੈ ਨਾ, ਉਹ ਅਸੀਂ ਦੇਣ ਵਾਸਤੇ ਆਪਣੇ ਛੋਟੇ ਭਰਾ ਜਵੇਦ ਖਾਲਕ ਸਾਹਿਬ ਨੂੰ ਆਏ ਆ ਕਿ ਤੈਨੂੰ ਸ਼ਾਬਾਸ਼ ਦੇਣ ਵਾਸਤੇ ਆਏ ਆ, ਹੌਸਲਾ ਦੇਣ ਵਾਸਤੇ ਕਿ ਤੂੰ ਬਹੁਤ ਸੋਹਣਾ ਕੰਮ ਕੀਤਾ, ਤੂੰ ਬਹੁਤ ਸੋਹਣਾ ਹਿੱਸਾ ਪਾਇਆ, ਤੇ ਅੱਲਾ ਕਰੇ ਵੀ ਤੂੰ ਇਦਾਂ ਹੀ ਕਰਦਾ ਰਹੇ ਤੇ ਰੱਬ ਤੈਨੂੰ ਤਰੱਕੀਆਂ ਦੇਵੇ। ਜਵੇਦ ਖਾਲਕ ਸਾਹਿਬ, ਬਹੁਤ ਚੰਗਾ ਲੱਗਾ ਜੀ ਤੁਹਾਨੂੰ ਮਿਲ ਕੇ। ਜਿਉਂਦੇ ਵਸਦੇ ਰਹੋ। ਸਾਡੀ ਬੜੀ ਆਓ ਭਗਤ ਕੀਤੀ, ਬੜਾ ਪਿਆਰ ਦਿੱਤਾ, ਜਿੱਦਾਂ ਸਾਊ ਜਿਹਾ ਮੁੰਡਾ ਨਾ, ਉਹ ਨਰਮ ਜਿਹਾ ਦਿਲ ਵਾਲਾ ਬੀਬਾ। ਵੀ ਸਿਆਣੇ ਕਹਿੰਦੇ ਆ ਦਿਲ ਦੀ ਅਸਲ ਹੀ ਇਹ ਆ ਵੀ ਉਹ ਨਰਮ ਹੋਵੇ, ਫੇਰ ਹੀ ਜਾ ਕੇ ਗੱਲ ਬਣਦੀ ਹੈ। ਵੀ ਉਂਝ ਜਿੱਡਾ ਵੀ ਸਖਤ ਹੋਵੇ ਨਾ, ਜਦੋਂ ਉਹ ਪੋਲਾ ਹੁੰਦਾ ਨਾ ਵੀ, ਫਿਰ ਜਾ ਕੇ ਸ਼ਗੂਫਾ ਫੁੱਟਦਾ। ਤੇ ਸਿਆਣਿਆਂ ਤੋਂ ਗੱਲ ਸੁਣੀ ਸੀ ਵੀ ਜਦੋਂ ਬੀਜ ਦੇ ਵਿੱਚੋਂ ਕੋਈ ਸ਼ਗੂਫਾ ਫੁੱਟਦਾ ਨਾ ਤੇ ਉਹਦੀ ਆਵਾਜ਼ ਨਹੀਂ ਆਉਂਦੀ ਹੈ, ਪਰ ਜਦੋਂ ਏਡਾ ਵੱਡਾ ਉਹ ਦਰਖਤ ਬਣ ਜਾਂਦਾ ਨਾ ਤੇ ਦਰਖਤ ਨੂੰ ਕੋਈ ਵੱਢੇ ਤਾਂ ਜਿੱਦਾਂ ਉਹ ਭੜਕ ਕਰਕੇ ਡਿੱਗਦਾ ਉਹਦੀ ਆਵਾਜ਼ ਆਉਂਦੀ। ਚੰਗਿਆਈ ਉਹ ਹੈ ਜਿਹੜੀ ਚੁੱਪ ਚਪੀਤੀ ਹੋਵੇ, ਤੇ ਦਿਲ ਦੀ ਅਸਲ ਵੀ ਇਹੀ ਆ, ਉਹ ਨਰਮ ਹੋਵੇ। ਜਿਹੜਾ ਨਰਮ ਨਹੀਂ ਹੈਗਾ ਫਿਰ ਉਹ ਦਿਲ ਤਾਂ ਨਹੀਂ ਨਾ ਹੈਗਾ, ਫਿਰ ਉਹਨੂੰ ਦਿਲ ਤਾਂ ਨਹੀਂ ਨਾ ਕਹਿ ਸਕਦੇ। ਜਦੋਂ ਵੀ ਕੋਈ ਤਖਲੀਕ ਬੰਦੇ ਜਾਂ ਫਨਕਾਰ ਬੰਦੇ ਜਾਂ ਜਿਹੜੇ ਵੀ ਕੁਛ ਦੁਨੀਆ ਤੇ ਕਰ ਗਏ ਨਾ, ਉਹ ਨਰਮ ਦਿਲ ਦੇ ਸਿਰ ਤੇ ਕਰ ਗਏ। ਹਾਂ, ਸਖਤ ਦਿਲ ਬੰਦਾ ਕੁਛ ਵੀ ਨਹੀਂ ਕਰ ਸਕਦਾ, ਉਹ ਤਾਂ ਫਿਰ ਆਪ ਦੇ ਵਿੱਚ ਹੀ ਫਿਰੀ ਜਾਂਦਾ। ਤੇ ਅਸੀਂ ਨਾ ਜੀ ਜਵੇਦ ਖਾਲਕ ਸਾਹਿਬ ਨਾਲ ਤੁਹਾਡੀ ਗੱਲਬਾਤ ਵੀ ਕਰਾਉਂਦੇ ਆ, ਇਹਨਾਂ ਦੀ ਵੀਡੀਓ ਵੀ ਅਸੀਂ ਵਿੱਚ ਤੁਹਾਨੂੰ ਦਿਖਾਉਂਦੇ ਆ ਵੀ ਕੈਸੇ ਸ਼ਾਹਕਾਰ। ਅੱਛਾ, ਬਹੁਤੇ ਬੰਦੇ ਐਸੇ ਆ ਜਿਨ੍ਹਾਂ ਨੇ ਨਾ ਇਹਨਾਂ ਦੀ ਵੀਡੀਓ ਦੇਖੀਆਂ, ਹਰ ਬੰਦੇ ਦੀ ਅੱਖਾਂ ਦੇ ਅੱਗੋਂ ਜ਼ਰੂਰ ਨੰਗੀ ਹੋਈ ਹੈ ਇਹਨਾਂ ਦੀ ਵੀਡੀਓ, ਬਸ ਇਹ ਨਹੀਂ ਪਤਾ ਕਿ ਇਹਦਾ ਪਿੱਛੇ ਖਾਲਕ ਕੌਣ ਆ, ਤਖਲੀਕਕਾਰ ਕੌਣ ਆ, ਵੀ ਇਹ ਬਣਾਈ ਕਿਹਨੇ ਆ। ਅੱਜ ਅਸੀਂ ਉਹ ਦੱਸਣਾ ਹੈ ਵੀ ਜਿਹੜੀਆਂ ਵੀਡੀਓ ਆਮ ਤੁਹਾਡੀਆਂ ਅੱਖਾਂ ਦੇ ਅੱਗੋਂ ਲੰਘਦੀਆਂ, ਵੀ ਉਹ ਵੀਡੀਓ ਬਣਾਉਣ ਵਾਲਾ ਆ ਸਾਡਾ ਚੀਚਾ ਵਤਨੀ ਦੇ ਰਹਿਣ ਵਾਲਾ ਜਵੇਦ ਖਾਲਕ 3512L ਦੇ ਵਿੱਚ ਬੈਠਾ। ਇਹਨੇ ਸਾਡੇ ਪੰਜਾਬ ਨੂੰ ਕਿਤੇ ਦਾ ਕਿਤੇ ਪਹੁੰਚਾਤਾ। ਜਵੇਦ ਖਾਲਕ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ? ਸਭ ਸ਼ੁਕਰ ਅੱਲਾਹ ਦਾ, ਤੁਸੀਂ ਸੁਣਾਓ? ਹਾਂਜੀ, ਠੀਕ ਠਾਕ ਜੀ। ਅੱਛਾ ਜੀ, ਇੱਕ ਤਾਂ ਗੱਲ ਸ਼ੁਰੂ ਕਰਦੇ ਇਹਨਾਂ ਨਾਲ ਹੁਣ, ਉਹ ਜਿਹੜੀ ਗੱਲਾਂ ਬਾਤਾਂ ਕੋ ਇੰਟਰਵਿਊ ਜਿਹਨੂੰ ਕਹਿੰਦੇ ਆ, ਬਈ ਇਹ ਤੁਸੀਂ ਜਿਹੜਾ ਪੰਜਾਬ ਦਿਖਾਇਆ, ਹਾਂਜੀ, ਇਹ ਆਪਣੇ ਸੱਜੇ ਖੱਬੇ ਦਿਖਾਇਆ, ਟੁਰ ਫਿਰ ਕੇ ਕਿਤੇ ਸਫ਼ਰ ਕਰਕੇ ਦਿਖਾਇਆ, ਜਾਂ ਕਿਦਾਂ? ਇਹ ਪਹਿਲੇ ਤੇ ਮੈਂ ਆਪਣੇ ਘਰ ਤੋਂ ਸ਼ੁਰੂ ਕੀਤਾ। ਅੱਛਾ, ਘਰ ਤੋਂ ਸ਼ੁਰੂ ਕੀਤਾ। ਹਾਂਜੀ, ਤੇ ਫਿਰ ਜਿੱਦਾਂ ਚੱਕਰ ਲੱਗਦਾ ਰਹਿੰਦਾ ਹੈ, ਉਸ ਤਰ੍ਹਾਂ ਦਿਖਾਉਂਦਾ ਰਹਿੰਦਾ। ਲਾਸਟ ਮੈਂ ਇੱਕ ਵੀਡੀਓ ਰਿਕਾਰਡ ਕੀਤੀ ਸੀ, ਉਹ ਇੱਕ ਸਾਡੇ ਇੱਥੇ ਪਿੰਡ ਹੀ ਹੈ ਜੀ, ਔਰ ਉਹ ਪੂਰਾ ਪਿੰਡ ਹਜੇ ਕੱਚੇ ਮਕਾਨਾਂ 'ਚ ਆਬਾਦ ਹੈ। ਅੱਛਾ, ਕੱਚੀਆਂ ਸੜਕਾਂ ਤੇ ਕੱਚੀਆਂ ਕੰਧਾਂ ਔਰ ਕੱਚੇ ਕੋਠੇ ਨੇ ਉਹਨਾਂ ਦੇ। ਤੇ ਇਦਾਂ ਦੀ ਅਗਰ ਮੈਨੂੰ ਕੋਈ ਕੱਚੀਆਂ ਚੀਜ਼ਾਂ, ਮੈਨੂੰ ਪੁਰਾਣੀਆਂ ਚੀਜ਼ਾਂ ਜ਼ਿਆਦਾ ਅਟਰੈਕਟ ਕਰਦੀਆਂ ਮੇਰੇ ਵਾਸਤੇ ਨਾ। ਤੇ ਉਹ ਅੱਛਾ, ਜਿੱਦਾਂ ਤੁਸੀਂ ਕੱਚੇ ਮਕਾਨ ਦਿਖਾਏ ਆ ਨਾ, ਦਿਲ ਕਰਦਾ ਵੀ ਅਸੀਂ ਆਪਣੇ ਪੱਕੇ ਢਾਹ ਲਈਏ, ਵੀ ਉਹ ਕੱਚਿਆਂ 'ਚ ਜਾ ਕੇ ਰਹੀਏ। ਐਸੀ ਯਾਰ ਕੋਈ ਨਾ ਉਹ ਸੋਹਣੇ ਕਰਕੇ ਦਿਖਾਏ ਆ। ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਣਾਉਂਦਿਆਂ ਨੂੰ? ਮੈਨੂੰ ਵਿਲੇਜ ਕਲਚਰ ਨੂੰ ਤੇ ਪੰਜਾਬ ਕਲਚਰ ਨੂੰ ਦਿਖਾਉਂਦਿਆਂ ਮੈਨੂੰ ਕੋਈ 2016-17 ਤੋਂ ਦਿਖਾ ਰਹੇ ਹਾਂ। ਲੇਕਿਨ ਇਸ ਤੋਂ ਪਹਿਲੇ ਮੈਂ ਘੁੰਮਣ ਫਿਰਨ ਦਾ ਵਾਹਵਾ ਸ਼ੌਕ ਹੈ, ਕੋਈ 8-10 ਮੁਲਕ ਫਿਰਿਆ, ਕੋਈ ਪਾਕਿਸਤਾਨ ਵਾਹਵਾ ਫਿਰਿਆ। ਤਾਂ ਇਸ ਤੋਂ ਪਹਿਲੇ ਮੈਂ ਉਹ ਦਿਖਾਉਂਦਾ ਹੁੰਦਾ ਸੀ। ਤੇ ਫਿਰ ਇੱਕ ਦਿਮਾਗ ਚੱਲਾ ਉਹਦੀ ਗੱਲ ਆਈ ਕਿ ਜਿੱਥੇ ਰਹਿ ਰਹੇ ਆ ਆਪਣਾ ਘਰ ਤੇ ਪਹਿਲੇ ਦਿਖਾਈਏ ਨਾ। ਤੇ ਘਰ 'ਚ ਬੈਠਿਆਂ ਮੇਰੇ ਖਿਆਲ ਨਾਲ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਤੁਸੀਂ ਜਦੋਂ ਆਪਣਾ ਆਲਾ ਦੁਆਲਾ ਬਾਹਰ ਨਿਕਲਦੇ ਆ ਨਾ, ਉਦੋਂ ਹੀ ਤੁਹਾਨੂੰ ਚੀਜ਼ਾਂ ਅਟਰੈਕਟ ਕਰਦੀਆਂ ਨੇ। ਜਵੇਦ ਖਾਲਕ ਸਾਹਿਬ, ਮੈਨੂੰ ਤਾਂ ਪਤਾ ਵੀ ਇਹ ਨਾ ਮਾਂ ਪਿਓ ਦਾ ਇੱਕੋ ਇੱਕ ਆ। ਹਾਂਜੀ, ਇੱਕ ਭਰਾ ਤੇ ਇੱਕ ਮੁੰਡਾ ਤਾਂ ਉਂਝ ਵਿਗੜ ਜਾਂਦਾ ਹੈ। ਫਿਰ ਤੁਸੀਂ ਬਗੈਰ ਲਾਲਚ ਤੋਂ, ਸਭ ਤੋਂ ਜੀ ਸੋਹਣੀ ਗੱਲ, ਜਿਹੜੀ ਵੱਡੀ ਗੱਲ, ਬਈ ਬਗੈਰ ਲਾਲਚ ਤੋਂ ਇਹਨੇ ਪੰਜਾਬ ਦਿਖਾਇਆ। ਇਹ ਨਹੀਂ ਹੈ ਵੀ ਇਹਨਾਂ ਵੀਡੀਓ ਦੇ ਉੱਤੇ ਕੋਈ ਪੈਸੇ ਵੀ ਕਮਾਇਆ, ਪੈਸਾ ਵੀ ਨਹੀਂ ਆਇਆ, ਤੇ ਫਿਰ ਵੀ ਇਹਨੇ ਕੰਮ ਨਹੀਂ ਛੱਡਿਆ, ਕੰਮ ਕਰਦਾ, ਖੈਰ ਸੱਲਾ ਘਰੋਂ ਖੈਰ ਸੱਲਾ ਇਹਨੂੰ। ਤੇ ਫਿਰ ਇਹਨੇ ਸ਼ੌਕ ਨਾਲ ਦਿਖਾਇਆ ਵੀ ਇੱਕੋ ਇੱਕ ਬੰਦਾ, ਉਹਦੇ ਤਾਂ ਹੋਰ ਸ਼ੌਕ ਹੁੰਦੇ ਆ। ਤੇ ਤੁਸੀਂ ਆਪਣੀ ਮਿੱਟੀ ਨਾਲ ਜੁੜ ਕੇ ਮਿੱਟੀ ਨਾਲ ਪਿਆਰ ਕੀਤਾ, ਇਹਦੀ ਕੀ ਵਜ੍ਹਾ? ਇਹਦੇ ਪਿੱਛੇ ਕੋਈ ਕਹਾਣੀ ਆ, ਕੀ ਗੱਲ? ਇਹਦੇ ਪਿੱਛੇ ਇੱਕ ਦੋ ਰੀਜ਼ਨ ਆ, ਤੇ ਮੇਨ ਰੀਜ਼ਨ ਤੇ ਇਹ ਹੈ ਕਿ ਮੇਰਾ ਬਚਪਨ ਜਿਹੜਾ ਹੈ ਨਾ, ਜਿੱਥੇ ਆਪਾਂ ਬੈਠੇ ਹੋਏ ਸੀ ਖਾਣਾ ਛਾਣਾ ਖਾਦਾ ਹੈ, ਉੱਥੇ ਮੇਰਾ ਬਚਪਨ ਲੰਘਿਆ ਹੈ। ਅੱਛਾ, ਤੇ ਉਹ ਇਹ ਚੀਜ਼ ਮੈਨੂੰ ਨਾ ਬੜੀ ਖਿੱਚਦੀ ਹੈ। ਹਾਏ ਹਾਏ ਹਾਏ। ਤੇ ਮੈਂ ਘਰੋਂ 9 ਸਾਲ ਬਾਹਰ ਰਿਹਾ। ਅੱਛਾ, 9 ਸਾਲ ਬਾਅਦ ਮੈਂ ਵਾਪਸ ਆਇਆ, ਖਿੱਚ ਬਣੀ। ਤੇ ਉਹ ਵਾਪਸ ਹੁਣ ਆ ਕੇ ਮੈਂ ਇਹ ਸੋਚਦਾ ਹੁੰਦਾ ਕਿ ਮੈਂ 9 ਸਾਲ ਬਾਹਰ ਜ਼ਾਇਆ ਕੀਤੇ, ਹਾਏ ਹਾਏ ਹਾਏ, ਇੱਥੇ ਹੀ ਆਪਣਾ ਟਾਈਮ ਜਿਹੜਾ ਸੀ ਨਾ ਉਹ ਲਗਾਉਣਾ ਚਾਹੀਦਾ ਸੀ। ਲੇਕਿਨ ਖੈਰ ਉਹ ਬੜੇ ਮਾਮਲਾਤ, ਕੋਈ ਪੜ੍ਹਾਈ ਦੇ ਮਾਮਲਾ ਸੀ, ਕੋਈ ਕੰਮ ਦੇ ਮਾਮਲਾ ਸੀ, ਤੇ ਲੇਕਿਨ ਉਸ ਮਾਮਲਾ ਦੇ ਦੌਰਾਨ ਵੀ ਮੈਂ ਸਟਰਗਲ ਕਰਦਾ ਰਿਹਾ ਇਸ ਚੀਜ਼ ਨੂੰ ਦਿਖਾਉਣ ਵਾਸਤੇ। ਇਹ ਜਵੇਦ ਸਾਹਿਬ, ਤੁਹਾਡਾ ਪਿਛੋਕੜ ਇੰਡੀਆ ਤੋਂ ਆ ਕਿ? ਹਾਂਜੀ, ਗੁਰਦਾਸਪੁਰ ਤੋਂ। ਗੁਰਦਾਸਪੁਰ? ਹਾਂਜੀ, ਮੇਰੇ ਦਾਦਾ ਬੂ ਜਿਹੜੇ ਸੀ ਉਹ ਗੁਰਦਾਸਪੁਰ ਤੋਂ ਹਿਜਰਤ ਕਰਕੇ ਆਏ ਸੀ। ਪਾੜਾ ਪਏ, ਉਹ ਕਹਿੰਦੇ ਸੀ ਕਿ ਪਾੜਾ ਜਦੋਂ ਪਿਆ
ਜਵੇਦ ਖਾਲਕ ਸਾਹਿਬ ਕਹਿੰਦੇ ਆ ਵੀ ਜਦੋਂ ਪਾੜਾ ਪਿਆ ਸੀ, ਆਏ ਹਾਏ ਹਾਏ, ਜਦੋਂ ਪਾਟ ਗਏ ਸੀ, ਆਏ ਹਾਏ ਕੈਸੀ ਗੱਲ ਆ, ਘੁੱਲੂ ਘਾਰਾ ਸਾਧਦੇ ਆ ਹੈ। ਫਿਰ ਜਿਹੜੇ ਇੱਥੋਂ ਦੇ ਬੰਦੇ ਆ ਉਹ ਲੋਟੀ ਸਾਧਦੇ ਆਪਦੇ ਲਫ਼ਜ਼ਾਂ, ਪਰ ਉਹ ਤਾਂ ਸਾਨੂੰ ਪਤਾ ਅਸੀਂ ਉਜਾੜਾ ਸਾਧਦੇ ਆ, ਅਸੀਂ ਉਜੜ ਕੇ ਆਏ ਸੀ। ਇਹਨਾਂ ਨੇ ਪਾੜੇ ਦਾ ਲਫ਼ਜ਼ ਕਿਹਾ ਨਾ ਤੇ ਉਹ ਦਿਲ ਨੂੰ ਜਾ ਕੇ ਲੱਗਿਆ, ਘੁੱਲੂ ਘਾਰਾ। ਇਦਾਂ ਉਹ ਆਪਣਾ ਦੁੱਖ ਨੂੰ ਜਿਹੜਾ ਨਾਮ ਦਿੱਤਾ ਹੈ ਤਾਂ ਦੁੱਖ ਹੈ ਨਾ ਜੀ, ਉਹਦਾ ਵੱਖਰੇ ਨਾਮ ਰੱਖੇ ਹੋਏ। ਅੱਛਾ ਜੀ, ਤੁਸੀਂ ਤੁਹਾਡੇ ਦਿਮਾਗ 'ਚ ਇੱਕ ਗੱਲ ਆਉਂਦੀ ਹੋਣੀ ਵੀ ਇਸ ਮੁੰਡੇ ਦੇ ਚੈਨਲ ਕਿਹੜੇ ਆ, ਵੀ ਕਿੱਥੋਂ ਜਾ ਕੇ ਉਹ ਵੀਡੀਓ ਦੇਖੀਏ। ਦੇਖਣੀ ਨਹੀਂ ਹੈ ਵੀਡੀਓ, ਜਦੋਂ ਤੁਸੀਂ ਚੈਨਲ ਤੇ ਜਾਣਾ ਨਾ ਤੇ ਤੁਹਾਨੂੰ ਯਾਦ ਆਣਾ, ਉਹ ਯਾਰ ਇਹ ਵੀਡੀਓ ਤਾਂ ਅਸੀਂ ਸਾਰੀਆਂ ਦੇਖੀਆਂ ਹੋਈਆਂ। ਹੁਣ ਇੰਸਟਾ ਦੇ ਉੱਤੇ ਜਿਹੜੇ ਬੰਦੇ ਇੰਸਟਾ ਚਲਾਉਂਦੇ, ਇੰਸਟਾਗ੍ਰਾਮ, ਉਹਦੇ ਤੇ ਵੀ ਜਵੇਦ ਖਾਲਕ ਲਿਖੋਗੇ, ਕਿਉਂ ਜੀ ਇਦਾਂ ਜਵੇਦ ਖਾਲਕ ਲਿਖੋਗੇ, ਮੈਂ ਕਹਿੰਦਾ ਹੱਦ ਬੰਨਾ ਹੀ ਕੋਈ ਨਹੀਂ, ਇੰਨੀਆਂ ਵੀਡੀਓ ਚਲੀਆਂ ਉਹ ਇੰਸਟਾਗ੍ਰਾਮ ਤੇ। ਫਿਰ ਫੇਸਬੁੱਕ ਦੇ ਉੱਤੇ ਵੀ ਜਵੇਦ ਖਾਲਕ ਲਿਖੋਗੇ, ਤੇ YouTube ਤੇ ਵੀ ਜਵੇਦ ਖਾਲਕ ਲਿਖਣਾ ਹੀ ਹੈ ਨਾ। ਜਦੋਂ ਵੀਡੀਓ ਤੁਸੀਂ ਜਾ ਕੇ ਦੇਖਣੀ ਆ, ਤੁਸੀਂ ਕਹਿਣਾ ਯਾਰ ਇਹ ਵੀਡੀਓ ਤਾਂ ਅਸੀਂ 40 ਵਾਰੀ ਦੇਖੀਆਂ ਹੋਈਆਂ। ਕਿਉਂ? ਇਹਨਾਂ ਦੀ ਵੀਡੀਓ ਚੱਕ ਕੇ ਮੇਰੇ ਵਰਗਿਆਂ ਤੇਰੇ ਵਰਗਿਆਂ ਨੇ ਚੱਕ ਕੇ ਲਾਈਆਂ, ਉਹ ਫਿਰ ਰੂਹ ਨਾਲ ਲੱਗੀਆਂ ਨਾ, ਜਾ ਕੇ ਦਿਲ ਨੂੰ ਲੱਗੀਆਂ। ਉਹ ਹਰ ਬੰਦੇ ਨੇ ਇਹਨਾਂ ਨਾਲੋਂ ਚੱਕ ਕੇ ਆਪਣੀਆਂ ਲਾਈਆਂ, ਦੇਖੀਆਂ ਤੁਸੀਂ ਹੋਈਆਂ, ਪਰ ਇਹਨਾਂ ਦੀ ਆਈਡੀ ਤੇ ਜਾ ਕੇ ਜੇ ਕਿਸੇ ਨੇ ਨਹੀਂ ਦੇਖੀਆਂ ਤਾਂ ਹੁਣ ਜਾ ਕੇ ਦੇਖ ਲਓ ਵੀ ਕੈਸਾ ਜਵੇਦ ਖਾਲਕ ਸਾਹਿਬ ਨੇ ਕੰਮ ਕੀਤਾ ਹੈ, ਕੈਸੀ ਆਪਣੇ ਪੰਜਾਬ ਦੀ, ਆਪਣੀ ਮਿੱਟੀ ਦੀ ਕੈਸੀ ਖਿਦਮਤ ਕੀਤੀ, ਆਪਣੇ ਮੁਲਕ ਦੀ ਕੈਸੀ ਖਿਦਮਤ ਕੀਤੀ ਹੈ। ਮੈਂ ਕਹਿੰਦਾ ਐਸੇ ਬੰਦੇ ਗਿਣੇ ਨਹੀਂ ਜਾ ਸਕਦੇ ਜਿਹੜੇ ਜਵੇਦ ਖਾਲਕ ਸਾਹਿਬ ਦੀ ਵੀਡੀਓ ਦੇਖ ਕੇ ਦੂਏ ਮੁਲਕਾਂ ਤੋਂ ਪਾਕਿਸਤਾਨ ਆਏ। ਤੇ ਇਸ ਗੱਲ ਤੇ ਜੀ ਸਾਡਾ ਸਲਾਮ ਆ ਤੁਹਾਨੂੰ, ਰੱਬ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ। ਹਰ ਕੋਈ ਕਹਿੰਦੇ ਵੀ ਜਿਹੜਾ ਦਿਖਦਾ ਵਾ ਉਹ ਵਿਕਦਾ ਵਾ, ਹੈ ਤੇ ਤੁਹਾਨੂੰ ਕਿਉਂ ਨਹੀਂ ਖਿਆਲ ਆਇਆ ਹੈ ਸ਼ਾਇਦ ਆ ਵੀ ਤੁਸੀਂ ਆਪਣੇ ਆਪ ਨੂੰ ਵੀ ਦਿਖਾਓ? ਮੈਂ ਜੀ ਵੇਚਣ ਵਾਸਤੇ ਬਣਾਇਆ ਹੀ ਨਹੀਂ ਕਦੀ। ਅੱਛਾ, ਵਾਹ ਵਾਹ। ਦਿਖਾਉਣ ਵਾਸਤੇ ਬਣਾਇਆ ਹੈ ਕਿ ਜਿੰਨਾ ਕਿ ਚਲੋ ਜਿਹੜਾ ਆਪਣਾ ਹਿੱਸਾ ਪਾ ਸਕਦੇ ਆ। ਹੁਣ ਹਿੱਸਾ ਪਾਉਣ ਦਾ ਹਰ ਬੰਦੇ ਦਾ ਇੱਕ ਆਪਣਾ ਤਰੀਕਾਕਾਰ ਹੈ, ਜਿੱਦਾਂ ਕਿ ਤੁਸੀਂ ਗੱਲਬਾਤ ਕਰਦੇ ਆ, ਤੁਹਾਡਾ ਫੇਸ ਹੋਣਾ ਲਾਜ਼ਮੀ ਆ। ਹੁਣ ਤੁਹਾਡੀ ਕੱਲੀ ਆਡੀਓ ਆਏਗੀ ਤੇ ਉਹ ਮਜ਼ਾ ਨਹੀਂ ਆਣਾ। ਇਸ ਜੋ ਮੈਂ ਦਿਖਾ ਰਿਹਾ ਵਾਂ ਇਹਦੇ ਵਿੱਚ ਫੇਸ ਹੋਣਾ ਲਾਜ਼ਮੀ ਨਹੀਂ। ਇਹਦੇ ਵਿੱਚ ਅਗਰ ਪੰਜਾਬ ਦਿਖਾ ਰਹੇ ਤੇ ਪੰਜਾਬ ਆਵੇ ਉਹ ਬਿਹਤਰ ਆ, ਪੰਜਾਬ ਦੇ ਲੋਕ ਆਣ ਉਹ ਜ਼ਿਆਦਾ ਬਿਹਤਰ ਆ। ਤੇ ਮੈਂ ਇਸ ਨੀਅਤ ਦੇ ਨਾਲ ਕੰਮ ਕਰਦਾ। ਆਪਣਾ ਸੌਫਟਵੇਅਰ ਹਾਊਸ ਬਣਾਇਆ ਇਸਲਾਮਾਬਾਦ ਵਰਗੇ ਸ਼ਹਿਰ, ਫਿਰ ਯਾਨੀ ਕਿ ਜਿਹੜਾ ਇੱਕਦਮ ਬਾਅਦ ਵਿੱਚ ਐਸਾ ਯੂ ਟਰਨ ਲਿਆ ਕਿ ਤੁਸੀਂ ਫਿਰ ਜ਼ਿਮੀਂਦਾਰੇ ਤੇ ਜਿਹੜਾ ਵਾ ਨਾ ਆ ਗਏ। ਲੋਕ ਤਾਂ ਕਹਿੰਦੇ ਆ ਕਿ ਪਿੰਡਾਂ ਤੋਂ ਸ਼ਹਿਰ ਨੂੰ ਜਾਣਾ ਵਾ, ਤੇ ਤੁਸੀਂ ਕਹਿੰਦੇ ਵੀ ਸ਼ਹਿਰ ਤੋਂ ਪਿੰਡ ਨੂੰ ਆਣਾ। ਇਹਦੇ ਵਿੱਚ ਜੀ ਮੇਨ ਰੀਜ਼ਨ ਮੇਰੇ ਵਾਲਦ ਸਾਹਿਬ ਬਿਮਾਰ ਹੋਏ ਥੋੜੇ ਜਿਹੇ, ਤੇ ਅਚਾਨਕ ਹੀ ਉਹਨਾਂ ਦੀ ਹਾਰਟ ਅਟੈਕ ਹੋਇਆ, ਡੈਥ ਹੋ ਗਈ। ਫਿਰ ਇਹ ਸੀ ਕਿ ਜਾਂ ਤੇ ਮੈਂ ਆਪਣੇ ਜਿਹੜੇ ਮੇਰੇ ਚਾਚਾ ਜੀ ਨੇ ਤੁਹਾਨੂੰ ਲਾਇਆ ਅੱਗੇ, ਜਾਂ ਤੇ ਮੈਂ ਉਹਨਾਂ ਨੂੰ ਵੀ ਇਸਲਾਮਾਬਾਦ ਲੈ ਜਾਣਾ ਆਪਣੇ ਕੋਲ, ਤੇ ਜਾਂ ਫਿਰ ਮੈਂ ਉੱਥੇ ਦਾ ਸਿਸਟਮ ਛੱਡ ਕੇ ਇੱਥੇ ਆ ਜਾਂਦਾ। ਦੋ ਗੱਲਾਂ ਸੀ। ਤੇ ਫਿਰ ਮੈਂ ਕਿਹਾ ਇਹਨਾਂ ਨੂੰ ਇਸ ਉਮਰੇ ਔਖਾ ਨਹੀਂ ਕਰਨਾ, ਤੇ ਪਿੰਡ ਵਾਪਸ ਚੱਲਦੇ ਆ। ਤੇ ਉੱਥੇ ਜਾ ਕੇ ਹੁਣ ਮਤਲਬ ਇਸ ਟਾਈਮ ਇੱਕ ਜ਼ਿੰਮੇਵਾਰੀ ਚੱਕਣ ਦਾ ਟਾਈਮ ਆ ਗਿਆ। ਤੇ ਕੋਈ ਖਾਸ ਇਲਾਕਾ ਐਸਾ ਪੰਜਾਬ ਦਾ ਜਿਹੜਾ ਤਾਂਗ ਹੋਵੇ ਵੀ ਇਹ ਦੇਖਣਾ ਵਾ? ਇੰਡੀਆ ਦਾ, ਇੰਡੀਆ ਪੰਜਾਬ, ਇੰਡੀਅਨ। ਲਓ ਜੀ, ਅਸੀਂ ਇਕੱਠੇ ਹੀ ਆਵਾਂਗੇ। ਹਾਂ ਬਿਲਕੁਲ ਜੀ। ਬੜੀ ਕੋਸ਼ਿਸ਼ ਵੀ ਕੀਤੀ ਮੈਂ, ਹਾਲਾਂਕਿ ਮੈਂ ਵਿੱਚ ਜੀ ਆਹ ਵੀਜ਼ੇ ਆਉਂਦੇ ਹੁੰਦੇ ਆ ਜੀ, ਆ ਜਿਸ ਤਰ੍ਹਾਂ ਨਾਮੂਦੀਨ ਔਲੀਆ ਦਾ ਆ ਗਿਆ, ਮੈਂ ਪੰਜਾਬ ਨਹੀਂ ਤੁਸੀਂ ਜਾ ਸਕਦੇ। ਉਹ ਮੈਂ ਕਹਿੰਦੇ ਚਲੋ ਕੋਈ ਦਾਲ ਲਾ ਲਾਂਗੇ ਮਾੜਾ ਮੋਟਾ, ਲੇਕਿਨ ਨਹੀਂ ਲਾ ਦਿੰਦੇ ਜੀ। ਨਹੀਂ, ਅੱਛਾ ਆਪਾਂ ਪੰਜਾਬ ਦਾ ਹੀ ਲਵਾਂਗੇ ਯਾਰ, ਰੱਬ ਸਾਰੀ ਸਲਾਮਤੀ ਰੱਖੇ, ਇਹ ਲਾਂਘੇ ਖੁੱਲਣਗੇ, ਅਸੀਂ ਜਾਵਾਂਗੇ। ਹਾਲਾਂਕਿ ਕੋਈ 8-10 ਵੀਜ਼ੇ ਮੇਰੇ ਪਾਸਪੋਰਟ ਤੇ ਹੈਗੇ ਵੀ ਆ, ਲੇਕਿਨ ਉਸ ਦੇ ਬਾਵਜੂਦ ਮੈਨੂੰ ਨਾ। ਅੱਛਾ, ਇੱਕ ਦੋ ਸੱਜਣਾ ਨੇ ਨਾ ਬੜਾ ਅੱਛਾ ਕਮੈਂਟਸ ਕੀਤਾ, ਮੈਨੂੰ ਵੀ ਅੱਛਾ ਲੱਗਿਆ, ਬਲਕਿ ਤੁਹਾਨੂੰ ਵੀ ਦੱਸਦਾ ਵਾਂ। ਉਹਨੇ ਕਿਹਾ ਜਦੋਂ ਤੁਸੀਂ ਲਹਿੰਦਾ ਤੇ ਛੱਡਦਾ ਕਹਿੰਦੇ ਆ ਨਾ, ਇਹ ਨਾ ਕਿਹਾ ਕਰੋ। ਹਾਏ ਪੰਜਾਬ ਪੰਜਾਬ ਇੱਕ ਹੀ ਆ। ਉਹਨੇ ਕਿਹਾ ਵੀ ਇਹ ਜਿਹੜਾ ਵਾ ਨਾ ਲਹਿੰਦਾ ਤੇ ਨਾ ਜੀ ਕਮੈਂਟ ਹੁੰਦੇ ਆ ਵੀਡੀਓਜ਼ ਤੇ ਜੀ ਕਿ ਇਹ ਸਿਰਫ ਇੱਕ ਬਾਰਡਰ ਦੀ ਲਾਈਨ ਖਿੱਚ ਦਿੱਤੀ ਗਈ ਤੇ ਸਾਡਾ ਬਟਵਾਰਾ ਹੋ ਗਿਆ, ਇਹ ਚੜਦਾ ਹੋ ਗਿਆ, ਉਹ ਲਹਿੰਦਾ ਹੋ ਗਿਆ ਸਿਰਫ ਇੱਕ ਬਾਰਡਰ ਤੇ। ਤੇ ਹਾਲਾਂਕਿ ਆ ਕੱਲ ਇੱਕ ਬੰਦੇ ਨਾਲ ਡਿਸਕਸ ਹੋ ਰਹੀ ਸੀ, ਉਹ ਵੀ ਰਾਈਟਰ ਨੇ ਇੰਡੀਆ ਦੇ, ਬੁੱਕ ਵੀ ਲਿਖੀ ਹੋਈ ਉਹਨਾਂ ਨੇ। ਉਹ ਕਹਿ ਰਹੇ ਸੀ ਕਿ ਸਾਡੀ ਨਾ ਹੁਣ ਤੁਹਾਡਾ ਪੰਜਾਬ ਜਿਹੜਾ ਉਹ ਪੁਰਾਣਾ ਹੈ, ਸਾਡਾ ਜਿਹੜਾ ਉਹ ਬਹੁਤ ਬਦਲ ਗਿਆ ਹੋਇਆ। ਤੇ ਉਹਨਾਂ ਨੇ ਉਹ ਗੱਲ ਕਰ ਰਹੇ ਸੀ ਕਿ ਇਹਦੇ ਵਿੱਚ ਨਾ ਮਤਲਬ ਮੁਸਲਿਮ, ਹਿੰਦੂ, ਸਿੱਖ ਇਹ ਵੀ ਚੀਜ਼ਾਂ ਮੈਟਰ ਕਰ ਰਹੀਆਂ ਨੇ ਇਸ ਟਾਈਮ। ਤੇ ਮੈਂ ਉਹਨਾਂ ਨੂੰ ਫਿਰ ਇਹ ਗੱਲ ਕਹੀ ਸੀ, ਮੈਂ ਕਿਹਾ ਸੀ ਕਿ ਜੀ ਦੀਵਾ ਭਾਵੇਂ ਮਸਜਿਦ ਦਾ ਹੋਵੇ, ਭਾਵੇਂ ਮੰਦਿਰ ਦਾ ਹੋਵੇ, ਗੁਰਦੁਆਰੇ ਦਾ ਹੋਵੇ, ਉਹਦਾ ਕੰਮ ਹੈ ਲੋ ਪਾਉਣਾ। ਤੁਸੀਂ ਆਪਣੇ ਐਂਡ ਤੋਂ ਲੋ ਪਾਓ ਤੇ ਅਸੀਂ ਆਪਣੇ ਐਂਡ ਤੋਂ ਲੋ ਪਾ ਵਾਹ 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 ਵਾਹ। ਜਿਤਨੀ ਕੁ ਜਿਸ ਤਰ੍ਹਾਂ ਕਿ ਇੱਕ ਗੁਰਦੁਆਰਾ ਹੈ, ਉਹਦੇ ਤੇ ਇੱਕ ਮੈਂ ਸ਼ਾਰਟ ਫਿਲਮ ਬਣਾਉਣ ਜਾ ਰਿਹਾ ਹਾਂ ਕਿ ਜਿਹੜੀਆਂ ਚੀਜ਼ਾਂ ਪੁਰਾਣੀਆਂ ਔਰ ਮੇਨਟੇਨ ਆ ਨਾ, ਉਹਨਾਂ ਨੂੰ ਅੱਗੇ ਮਜ਼ੀਦ ਮੇਨਟੇਨ ਰੱਖਣ ਵਾਸਤੇ ਜਿੰਨਾ ਕਿ ਆਪਣਾ ਹਿੱਸਾ ਪਾ ਸਕਦੇ ਆ ਜਾਂ ਦਿਖਾ ਸਕਦੇ ਆ। ਹਾਲਾਂਕਿ ਸਾਡੇ ਇੱਥੇ ਹੜੱਪੇ ਗੁਰਦੁਆਰਾ ਵਾ, ਤੇ ਉਹ ਸਾਡੇ ਆਪਣੇ ਲੋਕਾਂ ਨੂੰ ਨਹੀਂ ਸਾਡੇ ਪਤਾ ਹੈ ਕਿ ਸਕੂਲ ਬਣਿਆ ਹੋਇਆ, ਬਹੁਤ ਸੋਹਣਾ ਗੁਰਦੁਆਰਾ, ਬਹੁਤ ਸੋਹਣਾ। ਉਹ ਸਕੂਲ ਦੀ ਕਰਕੇ ਨਾ ਉਹ ਸਾਂਭਿਆ ਗਿਆ ਤੇ ਉਹ ਉਦਾਂ ਹੀ ਰੰਗ ਰੋਗਨ ਹੁੰਦਾ, ਨਿਆਣੇ ਪੜ੍ਹਦੇ ਆ, ਰੌਣਕ ਲੱਗੀ ਆ।
ਤੇ ਉਹ ਬੜਾ ਦਿਲ ਖੁਸ਼ ਹੋਇਆ ਦੇਖ ਕੇ ਮੈਂ ਦੇਖਿਆ। ਬਿਲਕੁਲ। ਤੇ ਅਸੀਂ ਕੁਝ ਦਿਨ ਪਹਿਲੇ ਇੱਕ ਐਸਾ ਵੀ ਯਾਨੀ ਕਿ ਦੇਖਿਆ ਉੱਥੇ ਫੂਲ ਨਗਰ 'ਚ ਕਿ ਬੜਾ ਦੁੱਖ ਹੋਇਆ, ਬੜਾ ਦੁੱਖ ਹੋਇਆ ਕਿ ਇਹ ਹਾਲਤ ਵੱਡੇ ਗੁਰਦੁਆਰਿਆਂ ਦੇ ਵਿੱਚ ਉਹਦਾ ਨਾਮ ਸੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਿਆਣੇ ਕਹਿੰਦੇ ਆ ਵੀ ਪੰਜਾਬ ਉਂਝ ਤਾਂ ਸੋਹਣਾ ਹੈ ਹੀ ਆ, ਪਰ ਜਦੋਂ ਸਿਆਲਾ ਆਂਦਾ ਨਾ ਇਹ ਸਵਰਗ ਬਣ ਜਾਂਦਾ। ਜਿੱਦਾਂ ਜਵੇਦ ਖਾਲਕ ਸਾਹਿਬ ਦੱਸ ਰਹੇ ਆ ਵੀ ਉਹ ਜਦੋਂ ਧੁੰਦ ਪਈ ਹੁੰਦੀ, ਸਵੇਰ ਹੁੰਦੀ ਹੈ, ਸ਼ਾਮ ਹੁੰਦੀ ਹੈ ਨਾ, ਉਹ ਜਾਨ ਹੀ ਕੱਢ ਲੈਂਦਾ। ਉਹ ਜਦੋਂ ਕੈਮਰੇ ਦੇ ਵਿੱਚ ਰਿਕਾਰਡ ਹੁੰਦੀ ਹੈ ਨਾ, ਤੇ ਉਹ ਜਿੱਦਾਂ ਅੱਗੇ ਗੱਲ ਮੈਂ ਕਰ ਰਿਹਾ ਸੀ ਨਾ ਵੀ ਦਿਲ ਨਰਮ ਜਾਂ ਕੋਈ ਚੰਗਿਆਈ, ਉਹ ਦਿਲ ਨਰਮ ਤੋਂ ਹੁੰਦੀ ਆ, ਪਰ ਬੜੀਆਂ ਨਾ ਮੈਂ ਚੰਗਿਆਈਆਂ ਦੇ ਪਿੱਛੇ ਨਾ ਕੋਈ ਹਾਦਸਾ ਦੇਖਿਆ, ਕੋਈ ਦੁੱਖ ਬੜੇ ਸਖਤ ਦਿਲ ਵੀ ਨਰਮ ਹੋ ਜਾਂਦੇ ਆ ਕਿਸੇ ਹਾਦਸੇ ਤੋਂ, ਕਿਸੇ ਦੁੱਖ 'ਚ ਆ ਕੇ ਨਾ। ਉਹ ਜੇਲ੍ਹ ਦੇ ਵਿੱਚ ਚਲੇ ਜਾਓ ਨਾ, ਤੇ ਜਿਹੜੇ 7 ਬੰਦਿਆਂ ਨੂੰ ਮਾਰ ਕੇ ਜੇਲ੍ਹ ਦੇ ਵਿੱਚ ਬੈਠੇ ਆ ਨਾ, ਇਸ ਟਾਈਮ ਦਿਲ ਉਹਨਾਂ ਦਾ ਵੀ ਨਰਮ, ਉਹ ਜੇਲ੍ਹ 'ਚ ਜਾ ਕੇ ਕਿਸੇ ਨਾ ਕਿਸੇ ਹਾਦਸੇ ਤੋਂ ਬਾਅਦ ਨਾ ਬੜਾ ਵੱਡਾ ਘਾਟਾ ਪੈ ਜਾਵੇ, ਕੋਈ ਘਰ ਦਾ ਜੀ ਤੁਰ ਜਾਵੇ, ਤੇ ਇਹ ਸ਼ੈਵਾਂ ਦਿਲ ਨੂੰ ਨਰਮ ਕਰ ਦਿੰਦੀਆਂ, ਮੋਮ ਕਰ ਦਿੰਦੀਆਂ, ਫਿਰ ਬੰਦੇ ਦੀ ਉਹ ਰਾਹ ਹੀ ਬਦਲ ਜਾਂਦੀ ਆ। ਇਦਾਂ ਦੇਖਣ 'ਚ ਆਇਆ। ਹੁਣ ਜਵੇਦ ਖਾਲਕ ਸਾਹਿਬ ਜਿਹੜਾ ਕੰਮ ਕਰ ਰਹੇ ਆ ਨਾ, ਇਹ ਬੜਾ ਚੰਗਿਆਈ ਦਾ ਕੰਮ ਆ, ਬੜੇ ਨਰਮ ਦਿਲ ਦਾ, ਬੜੇ ਜ਼ੌਕ ਜੇ ਦਾ ਕੰਮ ਆ। ਤੇ ਉਧਰ ਨੂੰ ਮੈਂ ਉਹ ਲੱਭ ਰਿਹਾ ਸੀ ਪਿੱਛੇ ਗੱਲ, ਉਹ ਕਹਿੰਦੇ ਵੀ ਮੈਂ ਤਾਂ ਪੜ੍ਹਾਕੂ ਮੁੰਡਾ ਸੀ, ਬੜੀ ਵੱਡੀ ਡਿਗਰੀ ਕੀਤੀ ਆ, ਤੇ ਉਹ ਹੋਰ ਸ਼ਹਿਰ ਦੇ ਵਿੱਚ ਰਹਿਣ ਵਾਲਾ ਸੀਗਾ। ਉਹ ਪਿੱਛੇ ਹਾਦਸਾ ਹੋਇਆ ਵੀ ਉਹ ਜਦੋਂ ਵਾਲਦ ਸਾਹਿਬ ਇਹਨਾਂ ਦੇ ਦੁਨੀਆ ਤੋਂ ਚਲੇ ਗਏ, ਤੇ ਉਹ ਫਿਰ ਪਿੱਛੇ ਸਾਰਾ ਕੁਝ ਛੱਡ ਕੇ ਇੱਕ ਨਵੀਂ ਰਾਹ ਦੇ ਉੱਤੇ ਤੁਰੇ ਨਾ, ਤੇ ਫਿਰ ਇਦਾਂ ਕਰਕੇ ਉਹ ਪੰਜਾਬ ਦਿਖਾ ਰਹੇ। ਜਵੇਦ ਖਾਲਕ ਸਾਹਿਬ ਤੁਸੀਂ ਇਹ ਦੱਸੋ ਵੀ ਜਦੋਂ ਕੋਈ ਵੀਡੀਓ ਬਣਾਉਂਦੇ ਆ ਨਾ, ਕੋਈ ਬੰਦਾ ਨਵਾਂ ਵੀਡੀਓ ਬਣਾਉਂਦਾ, ਕੋਈ ਚੈਨਲ ਬਣਾਉਂਦਾ, ਤੇ ਉਹ ਸ਼ੁਰੂ 'ਚ ਤਾਂ ਵੀਡੀਓ ਪਾਈ ਜਾਂਦਾ, ਮੇਰੇ ਵਰਗੇ ਕਈ ਭੱਜ ਜਾਂਦੇ ਪਾ ਕੇ, ਜਦੋਂ ਚੱਲਦੀ ਨਹੀਂ ਕੋਈ ਗੱਲ ਨਹੀਂ ਲੱਭਦੀ। ਤੇ ਉਹ ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ, ਕਦੋਂ ਤੁਹਾਨੂੰ ਲੱਗਿਆ ਵੀ ਜਾਂ ਪਤਾ ਲੱਗਿਆ ਵੀ ਨਹੀਂ ਯਾਰ ਇਹ ਠੀਕ ਹੈ ਜਾਂ ਕਿਦਾਂ? ਮੈਂ ਨਾ ਜੀ ਸਭ ਤੋਂ ਜ਼ਿਆਦਾ ਜਿਹੜਾ ਆਪਣੇ ਸੋਸ਼ਲ ਮੀਡੀਆ ਨੂੰ ਟਾਈਮ ਦਿੱਤਾ ਨਾ, ਉਹ ਹੈ ਜੀ ਇੰਸਟਾਗ੍ਰਾਮ। ਉਹ ਮੈਨੂੰ ਪਸੰਦ ਵੀ ਸੀ 2013 ਤੋਂ, ਕਿਉਂਕਿ ਕੋਈ ਵੀ ਫੋਟੋਗ੍ਰਾਫਰ ਆਪਣੀ ਸਕਿੱਲ ਤਸਵੀਰਾਂ ਸ਼ੋਅ ਕਰਾਂਦਾ ਸੀ ਨਾ, ਉਹ ਪਲੇਟਫਾਰਮ ਸੀ ਬਿਹਤਰ, ਔਰ ਓਵਰਆਲ ਦੁਨੀਆ ਉੱਥੇ ਦੇਖਦੀ ਵੀ ਸੀ। ਉੱਥੇ ਜਿਹੜੀ ਆਡੀਅנס ਹੈ ਨਾ, ਉਹ ਜ਼ਰਾ ਪੜ੍ਹੀ ਲਿਖੀ ਵੀ ਹੈ, ਤੇ ਮੈਂ ਆਪਣਾ ਜ਼ਿਆਦਾ ਟਾਈਮ ਉੱਤੇ ਸਪੈਂਡ ਕੀਤਾ। ਫਿਰ ਹੌਲੀ ਟਿਕਟੋਕ ਆ ਗਿਆ, ਫੇਸਬੁੱਕ ਆ ਗਿਆ, ਉਹੀ ਆਈਡੀਆਂ ਮੈਂ ਉਹਦੇ ਤੇ ਵੀ ਬਣਾ ਲਈਆਂ। ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਕਿ ਭੱਜ ਜਾਂਦੇ ਨੇ ਜਾਂ ਉਹ ਆਪਣਾ ਕੰਮ ਬਦਲ ਲੈਂਦੇ ਨੇ, ਦੇਖੋ ਜੀ ਇੱਕ ਬੰਦੇ ਨੂੰ ਇੱਕ ਸ਼ੌਕ ਆ, ਮੈਂ ਆਹ ਚੀਜ਼ ਦਿਖਾ ਸਕਦਾ ਵਾਂ, ਉਹਨੂੰ ਬਦਲਣਾ ਨਹੀਂ ਚਾਹੀਦਾ, ਉਹਦੇ ਤੇ ਕੰਮ ਕਰਦੇ ਰਹਿਣਾ ਚਾਹੀਦਾ ਹੈ, ਉਹ ਇੱਕ ਟਾਈਮ ਆਉਂਦਾ ਹੈ ਕਿ ਤੁਸੀਂ ਝੜ ਜਾਂਦੇ ਆ ਜਾਂ ਤੁਹਾਡੀਆਂ ਵੀਡੀਓਜ਼ ਦੇਖਣਾ ਲੋਕ ਸ਼ੁਰੂ ਕਰ ਦਿੰਦੇ ਨੇ। ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ ਕਿ ਵੀ ਤੁਹਾਨੂੰ ਜਿੱਥੇ ਮਹਿਸੂਸ ਹੋਇਆ ਕਿ ਹੁਣ ਮੈਨੂੰ ਕਾਫੀ ਲੋਕੀ ਜਾਣਦੇ? ਇਹੀ ਗੱਲ ਪੁੱਛੀ ਮੈਨੂੰ। ਯਕੀਨ ਕਰੋ ਕਿ ਆ ਮਹੀਨਾ ਕੁ ਪਹਿਲੇ ਨਾ, 1.5 ਮਹੀਨਾ ਪਹਿਲੇ, ਉਦੋਂ ਵੀ ਮੇਰੇ ਠੀਕ ਠਾਕ ਵੀਡੀਓਜ਼ ਚੱਲਦੀਆਂ ਸੀ, ਫਾਲੋਅਰਸ ਕਾਫੀ 2 ਲੱਖ ਤੋਂ ਉੱਪਰ ਹੋ ਚੁੱਕੇ ਸੀ ਇੰਸਟਾਗ੍ਰਾਮ ਤੇ ਵੀ, ਲੇਕਿਨ ਉਹਦਾ ਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਕੁਝ ਨਹੀਂ ਕਰ ਰਿਹਾ। ਮੈਂ ਇਹਦੇ ਪਿੱਛੇ ਰੀਜ਼ਨ ਹੈ ਤੁਹਾਨੂੰ ਦੱਸ ਦਿੰਦਾ ਕਿ ਮੈਂ ਸਤਿੰਦਰ ਸਰਤਾਜ ਸਾਹਿਬ ਦਾ ਬਹੁਤ ਬੜਾ ਫੈਨ ਹਾਂ। ਮੈਂ ਉਹਨਾਂ ਨੂੰ ਪੜ੍ਹਦਾ ਵਾਂ, ਉਹਨਾਂ ਨੂੰ ਸੁਣਦਾ ਵਾਂ 2011 ਤੋਂ, ਤੇ ਨਾ ਜਿਹੜੀਆਂ ਵੀ ਮੇਰੀਆਂ 99% ਵੀਡੀਓਜ਼ ਨੇ ਨਾ, ਉਹਨਾਂ ਦੀ ਮਿਊਜ਼ਿਕ ਤੇ ਆ। ਅੱਛਾ। ਤੇ 1 ਮਹੀਨਾ 1.5 ਮਹੀਨਾ ਪਹਿਲੇ ਨਾ ਉਹਨਾਂ ਨੇ ਮੇਰੀਆਂ ਕੁਝ ਰੀਲਸ ਦੇਖੀਆਂ, ਔਰ ਉਹਨਾਂ ਨੇ ਆਪਣੀ ਇੰਸਟਾਗ੍ਰਾਮ ਆਈਡੀ ਤੇ ਸਟੋਰੀ ਤੇ ਸ਼ੇਅਰ ਕੀਤੀਆਂ। ਵਾਹ ਵਾਹ ਵਾਹ। ਜਿੱਦਣ ਉਹਨਾਂ ਨੇ ਸ਼ੇਅਰ ਕੀਤੀਆਂ ਨਾ, ਉਦੋਂ ਮੈਨੂੰ ਫੀਲ ਹੋਇਆ ਕਿ ਹਾਂ ਮੈਂ ਵਾਕਈ ਕੁਝ ਕਰ ਰਿਹਾ ਹਾਂ। ਉਸ ਤੋਂ ਪਹਿਲੇ ਮੈਨੂੰ ਨਹੀਂ ਸੀ ਲੱਗਦਾ ਕਿ ਮੈਂ ਕੋਈ ਹਿੱਸਾ ਪਾ ਰਿਹਾ ਜਾਂ ਮੈਨੂੰ ਕੋਈ ਲੋਕ ਜਾਣਦੇ ਨੇ, ਦੇਖਦੇ ਨੇ। ਜਿੱਦਣ ਉਹਨਾਂ ਨੇ ਮੈਨੂੰ ਦੇਖਿਆ ਨਾ, ਮੈਂ ਕਿਹਾ ਨਹੀਂ, ਦੇਖੋ ਨਾ ਜੀ, ਮੈਨੂੰ ਉਦੋਂ ਇਹ ਚੀਜ਼ ਫੀਲ ਹੋਈ ਕਿ ਜੀ ਜਿੱਦਾਂ ਮੈਂ ਉਹਨਾਂ ਨੂੰ ਅਗਰ ਸੁਣਦਾ ਸੀ ਕਿਤੇ ਦਿਲੋਂ, ਤੇ ਕਿਤੇ ਉਹਨਾਂ ਨੇ ਮੈਨੂੰ ਅੱਜ ਵੇਖਿਆ। ਕੀ ਬਾਤ, ਬੜੀ ਖੁਸ਼ੀ ਹੁੰਦੀ। ਇਹ ਨਾ ਜੀ ਸਾਡੇ ਨਾ ਉਹ ਚੜ੍ਹਦੇ ਪੰਜਾਬ ਦੇ ਜਿਹੜੇ ਹੈ ਨਾ, ਜਿੰਨੇ ਵੀ ਸਾਡੇ ਹੀ ਜੀ ਆ, ਉਹਨਾਂ 'ਚ ਇੱਕ ਵਾਧਾ ਬੜਾ, ਉਹ ਨਾ ਮੈਂ ਕਹਿੰਦਾ ਅਖੀਰ ਕਰ ਦਿੰਦੇ ਆ, ਸਪੋਰਟ ਕਰਨ ਵਾਲੀ, ਪਿਆਰ ਦੇਣ ਵਾਲੀ ਨਾ, ਸ਼ਾਬਾਸ਼ ਦੇਣ ਵਾਲੀ, ਤੇ ਉਸ ਅਖੀਰ ਕਰ ਦਿੰਦੇ ਆ। ਕੋਈ ਵੀ ਨਵਾਂ ਮੁੰਡਾ ਆਂਦਾ ਜਾਂ ਕਿੱਦਾਂ, ਹੁਣ ਜਿੱਦਾਂ ਇਹਨੇ ਦੱਸਿਆ ਸਤਿੰਦਰ ਸਰਤਾਜ, ਹਾਂ ਬਹੁਤ ਵੱਡਾ ਨਾਮ ਆ, ਤੇ ਤਾਂ ਹੀ ਤਾਂ ਮੇਰੇ ਕੋਲ ਲੈ ਨਹੀਂ ਹੋ ਰਿਹਾ। ਤੇ ਉਹਨਾਂ ਨੇ ਵੀ ਦੇਖੋ ਨਾ ਸ਼ਾਬਾਸ਼ ਦਿੱਤੀ। ਮੈਨੂੰ ਬੜੀ ਖੁਸ਼ੀ ਹੋਈ ਸੀ, ਬਾਬੇ ਰਣਜੀਤ ਬਾਵੇ ਨੇ ਮੈਨੂੰ ਵੀਡੀਓ ਬਣਾ ਕੇ ਸ਼ਾਬਾਸ਼ ਦਿੱਤੀ, ਤੇ ਹੋਰ ਬੜੇ ਨਾਮ ਆ ਜਿਹੜੇ ਪਾਕਿਸਤਾਨ 'ਚ ਅਦਾਕਾਰ ਆਏ, ਤੇ ਉਹ ਇਦਾਂ ਮੈਡਮ ਅਨੀਤਾ ਧੀਰ ਵਰਗੀਆਂ, ਅਨੀਤਾ ਦੇਵਗਨ ਵਰਗੀਆਂ, ਉਹਨਾਂ ਨੇ ਜਦੋਂ ਮੇਰੇ ਮੋਢੇ ਤੇ ਹੱਥ ਰੱਖਿਆ, ਮੇਰਾ ਮੱਥਾ ਚੁੰਮਿਆ, ਮੈਂ ਕਹਿੰਦਾ ਮੇਰੀ ਮਿਹਨਤ ਹੀ ਪੂਰੀ ਹੋ ਗਈ। ਐਡੇ ਵੱਡੇ ਨਾਮ ਜਦੋਂ ਪਿਆਰ ਦਿੰਦੇ। ਨਹੀਂ ਜੀ, ਇਹ ਤਾਂ ਦੇਖਿਆ ਕਿ ਹੁਣ ਫਿਰ ਸਾਨੂੰ ਮਜਬੂਰਨ ਚੜ੍ਹਦਾ ਲਹਿੰਦੇ ਵਾਲੀ ਗੱਲ ਕਰਨੀ ਪੈਂਦੀ ਆ, ਹੈ ਨਿਸ਼ਾਨੀ ਵਾਸਤੇ। ਤੇ ਵੈਸੇ ਉਹ ਪੰਜਾਬੀ ਨੂੰ ਤੇ ਪੰਜਾਬ ਨੂੰ, ਜਿਸ ਵੀ ਬੰਦੇ ਨੇ ਪੰਜਾਬੀ ਦੀ ਜਾਂ ਪੰਜਾਬ ਦੀ ਗੱਲ ਕੀਤੀ ਆ ਨਾ, ਉਹਨਾਂ ਨੇ ਉਹਨੂੰ ਸਿਰ ਮੱਥੇ ਤੇ। ਮੈਂ ਕਹਿੰਦਾ, ਮੈਂ ਤਾਂ ਕਈ ਵਾਰੀ ਇਹ ਗੱਲ ਕੀਤੀ ਆ, ਅੱਜ ਵੀ ਕਰ ਦਿੰਦਾ, ਸਾਡੇ 'ਚ ਗੁਣ ਕੋਈ ਨਹੀਂ ਸੀਗੇ, ਤੇ ਸਾਨੂੰ ਨਾ 2 ਪਾਸਿਆਂ ਨੇ ਸਟਾਰ ਬਣਾਤਾ। ਇੱਕ ਜਿਹੜੇ ਸਾਡੇ ਧੀ ਪੁੱਤਰ ਬਾਹਰਲੇ ਮੁਲਕਾਂ 'ਚ ਬੈਠੇ ਆ, ਉਹ ਪੰਜਾਬ ਨਾਲ ਪਿਆਰ ਕਰਦੇ ਆ, ਉਹਨਾਂ ਨੂੰ ਖਿੱਚ ਆਪਣੀ ਮਿੱਟੀ ਨਾਲ,
ਉਹ ਬਹੁਤ ਦੇਖਦੇ ਆ, ਉਹ ਸਟਾਰ ਬਣਾ ਦਿੰਦੇ ਆ, ਤੇ ਦੂਜਾ ਜਿਹੜਾ ਚੜ੍ਹਦੇ ਪੰਜਾਬ ਵਾਲੇ ਆ ਉਹ ਕਦਰ ਹੀ ਇੰਨੀ ਕਰ ਦਿੰਦੇ ਆ ਵੀ ਬੰਦੇ ਨੂੰ ਬਿਲਕੁਲ ਇਸ ਤਰ੍ਹਾਂ ਮੇਰਾ ਵੀ ਜਿਹੜਾ ਜ਼ਿਆਦਾ ਵਿਊਵਰਸ਼ਿਪ ਆ ਨਾ ਉਧਰ ਹੀ ਆ ਨਾ, ਉਹ ਜ਼ਿਆਦਾ ਚੜ੍ਹਦੇ ਪੰਜਾਬ ਤੇ ਕੈਨੇਡਾ ਕਨੂਡਾ ਚੋਂ ਨਹੀਂ ਉਹ ਮਾਂ ਬੋਲੀ ਦੀ ਜੀ ਕਦਰ ਦੀ ਬਹੁਤ ਗੱਲ ਆ। ਬਿਲਕੁਲ ਸਾਡੇ ਜੀ ਪੰਜਾਬੀ ਕਾਨਫਰੰਸ ਹੋ ਰਹੀ ਹੈ ਲਾਹੌਰ ਦੇ ਵਿੱਚ, ਉਹਦੇ ਵਿੱਚ ਉਹ ਕਈ ਬੰਦਿਆਂ ਨੂੰ ਅਵਾਰਡ ਵੀ ਦੇ ਰਹੇ ਆ, ਤੇ ਉਹ ਤੁਹਾਡੇ ਪਿਆਰ ਦਾ ਸਿਲਾ ਇਹ ਆ ਵੀ ਉਹ ਮੈਨੂੰ ਵੀ ਮਿਲ ਰਿਹਾ, ਹਾਂਜੀ ਮੈਨੂੰ ਅੱਛਾ ਜੀ, ਇਹ ਤੁਹਾਡੇ ਪਿਆਰ ਦਾ ਸਿਲਾ, ਰੱਬ ਦੀ ਰਹਿਮਤ ਆ ਜੀ। ਮੈਂ ਸ਼ੁਕਰੀਆ ਅਦਾ ਕਰਦਾ ਤੁਹਾਡਾ ਵੀ, ਤੇ ਤੁਹਾਡਾ ਵੀ ਸ਼ੁਕਰਗੁਜ਼ਾਰ ਆ, ਰੱਬ ਦਾ ਵੀ ਸ਼ੁਕਰਗੁਜ਼ਾਰ। ਤੇ ਅੱਛਾ ਉਹਦੇ ਵਿੱਚ ਨਾ ਜੀ ਉਹਨਾਂ ਨੇ ਜਵੇਦ ਖਾਲਕ ਸਾਹਿਬ ਨੂੰ ਦੀ ਇੱਕ ਵੀਡੀਓ ਆ, ਉਹ ਛੋਟੀ ਜੀ ਫਿਲਮ ਆ, ਉਹ ਵੀ ਵਿੱਚ ਰੱਖੀ ਮੁਕਾਬਲੇ ਦੇ ਵਿੱਚ। ਇਨਸ਼ਾਅੱਲਾ ਤਾਲਾ ਉਹ ਫਸਟ ਆਊਗੀ, ਉਹਨੂੰ ਇਨਾਮ ਮਿਲੂਗਾ। ਪਰ ਮੈਂ ਇੱਥੇ ਗੱਲ ਕਿਉਂ ਕੀਤੀ ਆ, ਉਹ ਤਾਂ ਕੀਤੀ ਆ ਵੀ ਮੇਰੇ ਦੇਖਣ ਦੇ ਵਿੱਚ ਜਵੇਦ ਖਾਲਕ ਸਾਹਿਬ ਨੂੰ ਤੇ ਨਾ ਜੀ ਕਿਸੇ ਵੀਡੀਓ ਦੇ ਮੁਕਾਬਲੇ ਦੀ ਲੋੜ ਨਹੀਂ ਸੀ। ਇਹਨਾਂ ਨੂੰ ਅੱਖਾਂ ਬੰਦ ਕਰਕੇ ਅਵਾਰਡ ਦਿਓ, ਇਹਨਾਂ ਦਾ ਅਵਾਰਡ ਬਣਦਾ ਸੀ। ਕਿਸੇ ਮੁਕਾਬਲੇ ਦੀ ਜਾਂ ਕਿਸੇ ਦੀ ਗੁੰਜਾਇਸ਼ ਨਹੀਂ ਸੀ। ਜਿਨ੍ਹਾਂ ਨੇ ਇਹਨਾਂ ਦਾ ਕੰਮ ਦੇਖਿਆ ਹੋਇਆ ਨਾ, ਜਾਂ ਹੁਣ ਤੁਸੀਂ ਜਾ ਕੇ ਦੇਖੋ, ਜਵੇਦ ਖਾਲਕ ਲਿਖੋ ਇੰਸਟਾਗ੍ਰਾਮ ਤੇ, ਤੁਹਾਨੂੰ ਪਤਾ ਲੱਗ ਜੂ, ਜਾਂ ਜਿੱਥੇ ਵੀ ਲਿਖੋ, ਟਿਕਟੌਕ ਤੇ ਵੀ ਜਵੇਦ ਖਾਲਕ, ਜਿੱਥੇ ਵੀ ਲਿਖੋਗੇ ਜਵੇਦ ਖਾਲਕ, ਤੁਹਾਨੂੰ ਉਹਨਾਂ ਦਾ ਕੰਮ ਦੇਖ ਕੇ ਤੁਸੀਂ ਇਹੀ ਅਵਾਰਡ ਤਾਂ ਤੁਸੀਂ ਦੇ ਰਹੇ ਆ, ਪਿਆਰ ਇੰਨਾ ਦੇ ਰਹੇ ਆ, ਇਸ ਤੋਂ ਵੱਡਾ ਕੀ ਅਵਾਰਡ ਹੁੰਦਾ? ਸਭ ਤੋਂ ਵੱਡਾ ਅਵਾਰਡ ਹੈ ਜੀ। ਤੇ ਬਿਲਕੁਲ ਇਹ ਸਾਰਿਆਂ ਤੋਂ ਵੱਡਾ ਅਵਾਰਡ ਹੈ ਜੀ। ਤੇ ਉਹ ਗੱਲ ਤਾਂ ਅਸਲ ਇਹ ਕਰ ਰਿਹਾ ਸੀਗਾ ਮੈਂ ਵੀ ਇਹਨਾਂ ਨੇ, ਜਵੇਦ ਖਾਲਕ ਸਾਹਿਬ ਨੇ, ਪੰਜਾਬ ਸਾਡਾ ਹੈ ਸੋਹਣਾ ਸਵਰਗ ਆ, ਪਰ ਜਿੱਦਾਂ ਇਹਨਾਂ ਨੇ ਦਿਖਾਇਆ ਨਾ, ਤੇ ਅੱਜ ਅਸੀਂ ਮਜਬੂਰ ਹੋ ਗਏ ਇਹਨਾਂ ਨੂੰ ਦਿਖਾਉਣ ਤੇ, ਕਿਉਂਕਿ ਇਹਨਾਂ ਨੇ ਕੱਲਾ ਪੰਜਾਬ ਦਿਖਾਇਆ, ਆਪਣੇ ਆਪ ਨੂੰ ਨਹੀਂ ਦਿਖਾਇਆ। ਅਸੀਂ ਇਹਨਾਂ ਦੀਆਂ ਵੀਡੀਓ ਦੇਖੀਆਂ ਤੇ ਅਸੀਂ ਮਜਬੂਰ ਹੋ ਕੇ ਅਸੀਂ ਕਿ ਯਾਰ ਇਹਦੇ ਪੇਸ ਤਖਲੀਕ ਦੇ ਪਿੱਛੇ ਜਿਹੜਾ ਖਾਲਕ ਆ ਵੀ ਉਹਨੂੰ ਜਾ ਕੇ ਦਿਖਾਈਏ, ਤੇ ਅਸੀਂ ਫਿਰ ਤੁਹਾਨੂੰ ਜਵੇਦ ਖਾਲਕ ਸਾਹਿਬ ਦਿਖਾਤਾ। ਹਾਏ ਹਾਏ, ਇਹ ਵੀ ਰੱਬ ਦੀ ਬੜੀ ਵੱਡੀ ਸਿਫਤ ਆ ਜਿਹੜੀ ਉਹਨੇ ਬੰਦਿਆਂ ਨੂੰ ਦਿੱਤੀ ਹੈ। ਉਹ ਵੀ ਖਾਲਕ ਆ, ਫਿਰ ਉਹਨੇ ਆਪਣੀ ਸਿਫਤ ਬੰਦਿਆਂ ਨੂੰ ਦਿੱਤੀ ਆ ਵੀ ਤੁਸੀਂ ਵੀ ਤਖਲੀਕ ਕਰਨੀ ਹੈ ਆਪਣਾ। ਜਿਹੜੇ ਸਾਡੇ ਧੀ ਪੁੱਤਰ ਬਾਹਰਲੇ ਮੁਲਕਾਂ 'ਚ ਬੈਠੇ ਆ, ਗੱਲ ਅਸੀਂ ਆਮ ਕਰਦੇ ਰਹਿੰਦੇ ਆ, ਜਿਵੇਂ ਜਵੇਦ ਖਾਲਕ ਸਾਹਿਬ ਵੀ ਕਰ ਰਹੇ ਸੀ, ਉਹ ਸ਼ੌਕ ਨਾਲ ਨਹੀਂ ਬੈਠੇ, ਬੜੀ ਮਜਬੂਰੀਆਂ ਨਾਲ। ਬੜਾ ਦਿਲ ਕਰਦਾ ਉਹਨਾਂ ਦਾ ਵੀ ਹਰ ਸ਼ੈ ਛੱਡ ਕੇ ਆਪਣੀ ਮਿੱਟੀ 'ਚ ਆ ਜਾਈਏ, ਆਪਣੇ ਪੰਜਾਬ 'ਚ ਆ ਕੇ ਵਸ ਜਾਈਏ, ਪਰ ਉਹ ਸੰਗਲ ਹੀ ਐਸੇ ਪੈ ਗਏ, ਉਹ ਫਸ ਐਸੇ ਗਏ ਆ ਵੀ ਹੁਣ ਪਿਛਾਂ ਇਦਾਂ ਇੰਨਾ ਸੌਖਾ ਨਹੀਂ ਹੈ ਹਟਣਾ ਵੀ ਉਹ ਛਾਲ ਮਾਰਨ ਤੇ ਇੱਥੇ ਆ ਜਾਣ। ਨਹੀਂ, ਹੁਣ ਜਿੱਦਾਂ ਉੱਥੇ ਔਲਾਦਾਂ ਉਹਨਾਂ ਦੀਆਂ ਉੱਥੇ ਆ, ਬੱਚੇ ਉੱਥੇ ਆ, ਬੜੀਆਂ ਮਜਬੂਰੀਆਂ, ਬੜਾ ਕੁਛ ਆ। ਤੇ ਉਹਨਾਂ ਨੇ ਤਾਂ ਕੁਰਬਾਨੀ ਦਿੱਤੀ ਆ, ਪਰ ਉਹਨਾਂ ਦੇ ਉੱਥੇ ਜਾਣ ਨਾਲ ਫਾਇਦਾ ਪੰਜਾਬ ਨੂੰ ਬੜਾ ਹੋਇਆ, ਇਹ ਮੰਨਣਾ ਪੈਣਾ। ਨੁਕਸਾਨ ਵੀ ਕਈ ਹੋਏ ਆ, ਪਰ ਫਾਇਦੇ ਵੱਡੇ ਹੋਏ ਆ। ਤੇ ਅਸੀਂ ਨਾ ਜੀ ਇੱਥੇ ਹੁਣ ਜਵੇਦ ਖਾਲਕ ਸਾਹਿਬ ਦੇ ਨਾਲ ਇੱਥੇ ਦੋਸਤ ਉਹਨਾਂ ਦੇ ਬੈਠੇ ਆ, ਮਹਿਫਲ ਲੱਗੀ ਆ, ਤੇ ਉਹ ਵੀ ਤੁਹਾਨੂੰ ਵਿਖਾਉਂਦੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਵਿੱਚ ਜਾ ਕੇ ਨਾ ਕੋਈ ਗੱਲਬਾਤ ਉਹਨਾਂ 'ਚ ਬਹਿ ਕੇ ਮਹਿਫਲ 'ਚ ਕਰਦੇ ਆ। ਅੱਜ ਹੁਣ ਉੱਥੇ ਚੱਲਦੇ। ਨੰਬਰਦਾਰ ਸਾਹਿਬ ਇਹ ਦੱਸੋ ਵੀ ਇਹ ਜਿਹੜਾ ਇੱਕ ਪਿੰਡ ਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਸਾਰੇ ਪਿੰਡ ਇਹ ਉਦੋਂ 11-12 ਚ ਉਧਰੋਂ ਉੱਠ ਕੇ? ਸਾਰਾ ਇਲਾਕਾ ਹੀ 11-12 ਦਾ। ਅੱਛਾ, ਇਹ ਫਿਰ ਥੋੜੀ ਜਿਹੀ ਹੁਣ ਦਾਸਤਾਨ ਇਹ ਵੀ ਸੁਣਾਇਓ ਵੀ ਜਦੋਂ ਪਾਕਿਸਤਾਨ ਬਣਿਆ, ਇੱਧਰ ਕਿਹੜੀ ਬਰਾਦਰੀ ਇੱਥੇ ਸੀ, ਮਤਲਬ ਹਿੰਦੂ ਸੀ ਜਾਂ ਸਿੱਖ ਸੀ, ਤੇ ਉਹ ਥੋੜਾ ਜਿਹਾ ਵੀ ਦੱਸੋ। ਹਾਂਜੀ, ਇੱਥੇ ਜ਼ਿਆਦਾ ਹਿੰਦੂ ਨਹੀਂ ਸੀਗੇ ਜੀ, ਸਿੱਖ ਸੀਗੇ ਜ਼ਿਆਦਾ। ਅੱਛਾ ਅੱਛਾ, ਔਰ ਚਮਾਰ ਸੀਗੇ। ਠੀਕ ਆ, ਇਸ ਇਲਾਕੇ ਦੇ ਵਿੱਚ ਹਿੰਦੂ, ਕਰਾੜ, ਚਮਾਰ, ਠੀਕ ਆ, ਔਰ ਸਿੱਖ ਜ਼ਿਆਦਾ ਸੀਗੇ। ਸਹੀ, ਬਲਕਿ ਇਹ 2-3 ਜਿਹੜੇ ਪਿੰਡ ਆ ਨਾਲ 37 ਚੱਕ ਪੂਰਾ ਸਿੱਖਾਂ ਦਾ ਸੀਗਾ। ਹਾਂਜੀ, ਉਹ ਬੋਲ ਕੇ ਦੱਸਿਓ ਕਿਹੜੇ ਕਿਹੜੇ ਪਿੰਡ ਆ। ਇਹ 37-12 ਗੁਜਰਾਂ ਵਾਲੀ। ਅੱਛਾ ਜੀ, ਉਸ ਵੇਲੇ ਉਹਨੂੰ ਸਿੱਖਾਂ ਵਾਲੀ 37 ਕਹਿੰਦੇ ਹੁੰਦੇ ਸੀ। ਅੱਛਾ, 10 ਚੱਕ ਸਿੱਖਾਂ ਵਾਲਾ ਕਹਿੰਦੇ ਸੀ। ਅੱਛਾ ਅੱਛਾ ਅੱਛਾ, ਹਾਂਜੀ, ਇਸ ਯੂਨੀਅਨ ਕੌਂਸਲ ਦਾ ਹੀ ਹਾਂਜੀ ਪਿੰਡ ਸੀਗਾ ਉਹ। ਦੂਸਰੇ ਨੰਬਰ ਤੇ ਇਹ ਗੱਲ ਆ ਕਿ ਉਹਨਾਂ ਲੋਕਾਂ ਦੇ ਨਾਲ, ਉਹਨਾਂ ਸਿੱਖਾਂ ਦੇ ਨਾਲ ਅੱਜ ਵੀ ਸਾਡੇ ਤਾਲੁਕਾਤ ਉਵੇਂ ਆ। ਅੱਛਾ, ਅੱਜ 10 ਕੁ ਦਿਨ ਹੋ ਗਏ ਸਾਰੇ ਪਿੰਡ ਨੂੰ ਪਤਾ ਕਿ ਇੱਥੇ ਉਹਨਾਂ ਦੀਆਂ ਬੀਬੀਆਂ ਵੀ, ਉਹ ਭਰਾ ਵੀ ਸਾਡੇ ਸਿੱਖ ਕੈਨੇਡਾ ਤੋਂ ਮੈਨੂੰ ਇੱਥੇ ਮਿਲਣ ਵਾਸਤੇ ਆਏ 10-15 ਜੀ। ਅੱਛਾ, ਜਿਹੜਾ ਕਿ ਬੇਟੇ ਦੀ ਸ਼ਾਦੀ ਤੇ ਆਪਣਾ ਨਾਂ ਕੀ ਆ ਵਿੱਚੋਂ ਜਿਹੜੇ ਬਾਕੀ ਚਲੇ ਜਾਣਗੇ, ਕੋਈ 2-4 ਜੀ ਉਹ ਇੱਥੇ ਆਪਣਾ ਨਾਂ ਬੇਟੇ ਦੀ ਸ਼ਾਦੀ ਤੇ ਵੀ ਆਉਣਗੇ। ਉਹ ਵੀ ਕੈਨੇਡਾ ਤੇ ਆ। ਸਾਡਾ ਜਿਹੜਾ ਆਬਾਈ ਘਰ ਸੀਗਾ ਨਾ, ਜਿਹੜਾ ਦੀਵਾਨਖਾਨਾ ਜਾਂ ਉਹ, ਉਹਨਾਂ ਨੂੰ ਦਾਦਾ ਜੀ ਨੇ ਕਿਹਾ ਸੀਗਾ ਵੀ ਉੱਥੇ ਚਲੇ ਜਾਓ ਤੁਸੀਂ, ਰਹਿਸ਼ ਮੁਕੀਮ ਉੱਥੇ ਹੋ ਜਾਓ। ਉਹਨਾਂ ਨੇ ਇੱਥੇ ਇੱਕ ਗੱਲ ਦੀ ਨਹੀਂ ਸਮਝ ਆਈ, ਇਤਨੇ ਜ਼ੁਲਮ ਹੋਏ ਨਾ ਮੁਸਲਮਾਨਾਂ ਨਾਲ ਵੀ ਔਰ ਸਿੱਖਾਂ ਨਾਲ ਵੀ। ਐਸੀ ਇੱਕ ਲਹਿਰ ਦੌੜੀ, ਉਸ ਲਹਿਰ ਨੇ ਖਾਨਾ ਖਰਾਬ ਕਰ ਦਿੱਤਾ। ਬਈ ਜਿਸ ਵਕਤ ਉਧਰ ਪਤਾ ਲੱਗਦਾ ਸੀਗਾ ਜੀ ਇੱਧਰ ਮਾਰ ਦਿੱਤੇ ਮੁਸਲਮਾਨ, ਤੇ ਇੱਧਰ ਸਿੱਖਾਂ ਦੀ ਕਤਲੋਗਾਰੀ ਸ਼ੁਰੂ ਹੋ ਜਾਂਦੀ। ਸੁਣੋ ਸੁਣਾਈ ਤੇ ਉਹ ਜਿਹੜਾ ਚੱਕ ਸੀਗਾ 37-12, ਉੱਥੇ ਦਾ ਜਿਹੜਾ ਨੰਬਰਦਾਰ ਸੀਗਾ ਸਰਵਰ ਸਿੰਘ, ਉਹਦਾ ਨਾਂ ਸੀ ਸਰਵਰ ਸਿੰਘ। ਨੰਬਰਦਾਰ ਦਾ ਬੇਟਾ ਸੀ ਸਰਵਰ ਸਿੰਘ, ਉਹਦਾ ਬਾਪ ਦਾ ਨਾਮ ਮੇਰੇ ਜ਼ਿਹਨ ਚੋਂ ਨਿਕਲਿਆ। ਉਹਨੇ ਮੈਨੂੰ ਗੱਲ ਸੁਣਾਈ, ਪਿਛਲੇ ਦਿਨਾਂ 'ਚ ਆਇਆ। ਉਹਨੇ ਕਿਹਾ ਚੌਧਰੀ ਸਾਹਿਬ ਮੈਨੂੰ ਇਹ ਦੱਸੋ ਕਿ ਜਿਸ ਵਕਤ ਸਾਡੀਆਂ ਔਰਤਾਂ ਜਿਹੜੀਆਂ ਕਿੱਦਾਂ ਇੱਥੇ ਆਈਆਂ ਤੁਹਾਡੇ ਕੋਲ, ਤੇ ਕਿੱਦਾਂ ਹੋਈ? ਮੈਂ ਉਹਨੂੰ ਦੱਸਿਆ ਕਿ ਸਾਡੇ ਦਾਦਾ ਜੀ ਦੇ ਕੋਲ ਜਿਸ ਵੇਲੇ ਤਹਿਸੀਲਦਾਰ ਪਟਵਾਰੀ ਨੇ ਤੇ ਆਪਣਾ SHO ਨੇ ਜਾ ਕੇ ਉਹਨਾਂ ਨੂੰ ਖੂਹਾਂ 'ਚੋਂ ਕੱਢਿਆ ਨਾ, ਉਹਨਾਂ ਨੇ ਰਾਤ ਨੂੰ ਖੂਹਾਂ ਛਾਲਾਂ ਮਾਰਤੀਆਂ, 22 ਬੰਦੇ ਉਹਨਾਂ ਦੇ ਮਰਡਰ ਹੋ ਗਏ, ਕਤਲ ਕਰ ਦਿੱਤੇ ਲੋਕਾਂ ਨੇ। ਅੱਛਾ ਅੱਛਾ,
ਉਹ ਔਰਤਾਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਲਈ ਜਿਸਲੇ ਛਾਲਾਂ ਮਾਰੀਆਂ, ਸਵੇਰ ਨੂੰ ਉਹਨਾਂ ਨੂੰ ਆ ਕੇ ਕੱਢ ਕੇ ਜਿਸਲੇ ਪੁੱਛਿਆ ਵੀ ਤੁਸੀਂ ਕਿੱਥੇ ਜਾਣਾ, ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ। ਉਹਨੇ ਕਿਹਾ ਜੀ ਸਾਨੂੰ ਚੋਰੀ ਫੱਤਾ ਨੰਬਰਦਾਰ ਆ 35 ਵਾਲਾ, ਉਹਦੇ ਕੋਲ ਪਹੁੰਚਾਓ, ਸਾਡੇ ਬਾਪੂ ਦਾ ਉਹਦੇ ਨਾਲ ਤਲਕ ਸੀਗਾ। ਅੱਛਾ। ਉਹ ਗੱਡਿਆਂ ਤੇ ਲੈ ਕੇ, ਵਾਲਦ ਸਾਹਿਬ ਮੈਨੂੰ ਦੱਸ ਦਿੰਦੇ ਸੀ, ਗੱਡਿਆਂ ਤੇ ਲੈ ਕੇ ਇੱਕ ਸੁਲਤਾਨ ਜੱਟ ਸੀ, ਕਹਿੰਦਾ ਅਸੀਂ ਉਹਨਾਂ ਨੂੰ ਸਹਾਰਾ ਦੇ ਕੇ ਬੜੇ ਔਖੇ ਹੋ ਕੇ ਘਰ ਤੁਹਾਡੇ ਲਿਆਂਦਾ, ਘਰ ਇੱਥੇ ਰਹੀਆਂ 3-4 ਮਹੀਨੇ। 3-4 ਮਹੀਨੇ ਰਹਿਣ ਤੋਂ ਬਾਅਦ ਉਹਨਾਂ ਦਾ ਖਤੋ ਖਤਾਬ ਯਾਰੀ ਸੀ, ਕਿਉਂਕਿ ਸਾਨੂੰ ਪਤਾ ਸੀ ਵੀ ਉੱਥੇ ਸਾਡੇ ਉਹ ਘਰ, ਉਹਨਾਂ ਨੇ ਦੱਸਿਆ ਵੀ ਫਲਾਂ ਭੈਣਾ ਮਹਿਫੂਜ਼ ਆ। ਤੇ ਉਹਨਾਂ ਨੂੰ ਬਾਘੇ ਬਾਰਡਰ ਤੇ ਫਿਰ ਸਾਡਾ ਦਾਦਾ 3-4 ਮਹੀਨਿਆਂ ਬਾਅਦ ਜਦੋਂ ਸਟੇਬਲ ਹੋਈਆਂ, ਠੀਕ ਠਾਕ ਹੋ ਗਈਆਂ, ਫਿਰ ਉਹਨਾਂ ਨੂੰ ਛੱਡ ਕੇ ਆਇਆ। ਤੇ ਉਹ ਫਿਰ ਸਨ 56 ਚ ਜਿਸ ਵੇਲੇ ਮੇਰੇ ਫੁੱਫੀਜ਼ਾਦ ਭਾਈ ਚੌਧਰੀ ਖਾਲਦ ਪਾਕਿਸਤਾਨ ਨਾਲੋਂ ਫੁੱਟਬਾਲ ਖੇਲਣ ਗਏ ਨਾ, ਉਹਨਾਂ ਨੇ ਉਹ ਇੱਜ਼ਤ ਦਿੱਤੀ ਵੀ ਮੈਂ ਆ ਕੇ ਉਹ ਦੱਸਣ ਕਿ ਮੈਨੂੰ ਉਹਨਾਂ ਨੇ ਬਾਹਰ ਨਹੀਂ ਸੌਣ ਦਿੱਤਾ ਵੀ ਕੋਈ ਬੰਦਾ ਨੁਕਸਾਨ ਨਾ ਪਹੁੰਚਾਵੇ। ਕਿਉਂ ਜਿਹੜੇ ਲੋਕ ਚੌਧਰੀ ਦੇ ਵਾਕਿਫ ਸੀ, ਵੱਡੇ ਚੌਧਰੀ ਦੇ ਦਾਦੇ ਸਾਡੇ ਦੇ, ਉਹਨਾਂ ਨੇ ਘਰਾਂ 'ਚ ਰੱਖਿਆ। ਵਾਹ ਵਾਹ ਵਾਹ। ਵੀ ਇੰਨਾ ਉਹਨਾਂ ਲੋਕਾਂ ਨੇ ਵੀ ਰਿਸਪੈਕਟ ਇੱਜ਼ਤ ਕੀਤੀ। ਅੱਛਾ, ਜਲੰਧਰ ਦਾ ਗਾਂ ਕੋਈ ਪਿੰਡ ਵੀ ਤੁਹਾਡੇ ਹੈ ਚੇਤੇ? ਉਹ ਦੱਸੋ ਤਾਂ ਕਿਹੜੇ? ਇੱਥੇ ਜੀ ਜ਼ਿਆਦਾ ਲੋਕ ਜਿਹੜੇ ਆ ਆਪਣਾ ਨਾਂ ਕੀ ਆ, ਅਸੀਂ ਹੈਗੇ ਆ ਨਾਲ ਹੀ ਸੀਗਾ ਪੂਰਨਪੁਰ ਬਿਲਕੁਲ ਜਲੰਧਰ ਦੇ ਬਿਲਕੁਲ ਨਾਲ। ਠੀਕ ਹੈ। ਹਾਂਜੀ। ਕੋਈ ਮੱਦੇਪੁਰ ਦੇ ਲੋਕ ਨੇ, ਅੱਛਾ, ਕੋਈ ਵਰਾਣੇ ਦੇ ਲੋਕ ਨੇ। ਹਾਂਜੀ। ਤੇ ਹੈ ਸਾਰੇ ਜ਼ਿਲ੍ਹਾ ਜਲੰਧਰ ਦੇ ਲੋਕ। ਕੋਈ ਆਪਣਾ ਨਾਂ ਕੀ ਜਿਹੜੇ ਸ਼ਾਹ ਸਾਹਿਬਾਨ ਆ ਇੱਥੇ ਦੂਸਰੇ ਨੰਬਰਦਾਰ, ਉਹ ਹੈਗੇ ਆ ਸਰਾਲ ਕਾਜ਼ੀਆਂ ਦੇ। ਅੱਛਾ, ਠੀਕ ਹੈ। ਹਾਂਜੀ, ਹੈ ਸਾਰੇ ਜ਼ਿਲ੍ਹਾ ਜਲੰਧਰ ਦੇ ਲੋਕ। ਇਹ ਉਹ ਜਿਹੜੇ ਪਿੰਡ ਤੁਸੀਂ ਨਾਂ ਲੈ ਰਹੇ ਆ, ਉਹਨਾਂ ਪਿੰਡਾਂ ਤੋਂ ਹਿਜਰਤ ਕਰਕੇ ਲੋਕ ਇੱਧਰ ਆਏ ਹੋਏ ਸਨ 1911-12 ਦੇ ਵਿੱਚ। ਠੀਕ ਆ। ਇਹ ਫਿਰ ਜਿਹੜੀਆਂ ਤੁਸੀਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਨੰਬਰਦਾਰ ਸਾਹਿਬ, ਤੁਸੀਂ ਉਸ ਟਾਈਮ ਹੈ ਤੇ ਨਹੀਂ ਸੀ ਜਦੋਂ ਘੁੱਲੂਕਾਰਾ ਹੋਇਆ ਜਾਂ ਪਾੜਾ ਹੋਇਆ, ਪਰ ਇਹ ਤੁਹਾਨੂੰ ਚੇਤੇ ਆ, ਤੁਸੀਂ ਉਹਨਾਂ ਤੋਂ ਸੁਣੀਆਂ ਗੱਲਾਂ? ਅਸੀਂ ਦਰਅਸਲ ਹੁਣ ਬਦਕਿਸਮਤੀ ਇਹ ਆ ਵੀ ਬੱਚੇ ਬਹਿੰਦੇ ਨਹੀਂ ਸਿਆਣਿਆਂ ਕੋ। ਹਾਏ ਹਾਏ। ਅਸੀਂ ਜਿਸ ਵੇਲੇ ਛੋਟੇ ਸੀਗੇ, ਤੁਸੀਂ ਯਕੀਨ ਕਰਿਓ ਕਿ ਵੀ ਸਾਡੇ ਦਾਦੇ ਨੇ ਬੈਠਿਆਂ ਗੱਲ ਕਰਨੀ, ਦੂਆਂ ਬੰਦਿਆਂ ਸਿਆਣਿਆਂ ਨੇ ਬਾਤਾਂ ਪਾਉਣੀਆਂ, ਗੱਲਾਂ ਕਰਨੀਆਂ, ਤੇ ਅਸੀਂ ਬਹਿ ਕੇ ਕੋਲ ਸੁਣਨੀਆਂ। ਹੁਣ ਤਾਂ ਵਾਲਦਾ ਨੇ ਆਵਾਜ਼ਾਂ ਮਾਰੀ ਜਾਂਦੇ ਆ, ਮੁੰਡਾ ਕਹਿੰਦਾ ਅੱਬਾ ਆਇਆ, ਮੁੜ ਕੇ ਗੱਲ ਹੀ ਨਹੀਂ ਸੁਣਦਾ, ਮੋਬਾਈਲ ਲੈ ਕੇ ਅੰਦਰ ਵੜ ਜਾਂਦੇ। ਚੌਧਰੀ ਸਾਹਿਬ, ਇਹ ਨਸਲਾਂ ਬਰਬਾਦ ਹੋਣ ਡਈਆਂ ਜਾਂ ਬਰਬਾਦ। ਮਸਲਨ ਸਭ ਤੋਂ ਬੜੀ ਬਾਤ ਇਹ ਆ, ਜਿਸ ਵੇਲੇ ਅਸੀਂ ਪੜ੍ਹਦੇ ਸੀ ਨਾ ਸਕੂਲੇ, ਜਿੰਨੇ ਚੀਚਾਨੀ ਦੇ ਬਜ਼ੁਰਗ ਆ, ਦੁਕਾਨਦਾਰ ਸੀ, ਬਹੁਤ ਸਾਰੇ ਲੋਕ, ਕਿਉਂਕਿ ਚੀਚਾਨੀ ਛੋਟਾ ਸੀਗਾ, ਅਸੀਂ ਇੰਜ ਜਾਣਦੇ ਆ ਕਿ ਇਹ ਆਪਣਾ ਫਲਾਨਾ ਫਲਾਨਾ ਫਲਾਨਾ, ਆ ਮਲਕ ਸਾਹਿਬਾਨ, ਆ ਸ਼ੇਖ ਸਾਹਿਬਾਨ, ਆ ਚੌਧਰੀ, ਆ ਡੋਗਰ, ਆ ਗੁੱਜਰ, ਕਿਉਂਕਿ ਉਂਗਲੀਆਂ ਤੇ ਕਿਉਂਕਿ ਥੋੜੇ ਲੋਕ ਸੀਗੇ। ਚੌਧਰੀ ਸਾਹਿਬ, ਉਸ ਵੇਲੇ ਅਸੀਂ ਇਹ ਦੇਖੀਦਾ ਸੀਗਾ ਕਿ ਲੋਕ ਜਿਹੜੇ ਬਜ਼ੁਰਗ ਹੁੰਦੇ ਸੀ, ਉਹ ਸਾਈਕਲਾਂ ਤੇ ਆਉਣਾ, ਉਹਨਾਂ ਨੇ ਕੱਪੜੇ ਪਾ ਕੇ ਸ਼ਾਸ਼ ਵਿਸ਼ਾਸ਼ ਹੋ ਕੇ, ਜਿੰਨੇ ਬੱਚੇ ਸਾਡੇ ਨਾਲ ਮੁੰਡੇ ਦੋਸਤ ਸਾਡੇ ਪੜ੍ਹਦੇ ਸੀ, ਉਹਨਾਂ ਨੇ ਆ ਕੇ ਪਾਣੀ ਛਿੜਕਣੇ ਤਾਂ ਦੁਕਾਨਾਂ ਲਾਉਣੀਆਂ, ਤੇ ਬੁੜਿਆਂ ਨੇ ਨਾਸ਼ਤਾ ਨੁਸ਼ਤਾ ਕਰਕੇ ਉਹਨਾਂ ਨੇ ਭੱਜਣਾ, ਭੱਜ ਕੇ ਜਾ ਕੇ ਕੱਪੜੇ ਬਦਲਨੇ, ਨਹਾਉਣਾ, ਨਹਾ ਕੇ ਨਾਸ਼ਤਾ ਕਰਨਾ, ਤਾਂ ਸਕੂਲੇ ਆਉਣਾ। ਹਾਂਜੀ। ਹੁਣ ਬੁੜੇ ਉਠਾਉਂਦੇ, ਉਹ ਕਹਿੰਦੇ ਉੱਠ ਖੜਾ, ਜਿਹੜੇ ਬੱਚੇ ਨੇ 12-1 ਵਜੇ ਤਾਈਂ ਬੈਲ ਦੇਖਣਾ, ਉਹਨੇ ਕੀ ਆਪਣਾ ਨਾ ਉੱਠਣਾ। ਬੇੜਾ ਗਰਕ ਹੋ ਗਿਆ ਇਸ ਨਸਲ ਕੌਮ ਦਾ। ਔਰ ਤੁਸੀਂ ਯਕੀਨ ਕਰਿਓ, ਬਚਪਨ ਤੋਂ ਹੀ ਜਿੰਨੇ ਅਸੀਂ ਬੈਠੇ ਆ ਲੋਕ, ਜਿਹੜੇ ਬਜ਼ੁਰਗ ਸੀਗੇ ਨਾ, ਛਿੱਤਰ ਮਾਰਦੇ ਸੀਗੇ ਕਿ ਵੀ ਉੱਠ ਕੇ ਨਮਾਜ਼ ਪੜ੍ਹ। ਬਲਕਿ ਬਜ਼ੁਰਗਾਂ ਨੇ ਇਹ ਗੱਲ ਕਹਿਣੀ, ਉਹ ਪਹਿਲੇ ਅਸਮਾਨ ਤੇ ਅੱਲਾ ਦੀ ਜ਼ਾਤ ਆਏ, ਬੈਠੋ, ਉੱਠ ਖੜਾ ਹੋ, ਕੁਛ ਲੈ ਲਓ। ਪਹਿਲੇ ਅਸਮਾਨ ਤੇ ਅੱਲਾ ਦੀ ਜ਼ਾਤ ਆਈ ਬੈਠੇ। ਮੈਂ ਤੁਹਾਨੂੰ ਦੱਸਦਾ, ਮੇਰੇ ਵਾਲਦ ਸਾਹਿਬ ਦੀ ਉਮਰ ਜਦੋਂ ਫੌਤ ਹੋਏ ਨਾ, ਉਦੋਂ 105 ਸਾਲ ਤਕਰੀਬਨ, 100 ਸਾਲ 105 ਸਾਲ ਸੀ। ਤੁਸੀਂ ਯਕੀਨ ਕਰਿਓ ਕਿ ਮੈਂ ਇਹ ਦੇਖਿਆ ਭਾਈ ਜੀ ਕਿ ਉਹਨਾਂ ਨੇ ਨਾ ਤਹਜਦ ਗੁਜ਼ਾਰ ਸੀਗੇ। ਮੈਂ ਸ਼ਾਦੀ ਤੋਂ ਬਾਅਦ ਵੀ ਜ਼ਿਆਦਾ ਆਪਣੇ ਵਾਲਦ ਸਾਹਿਬ ਕੋ ਇਸ ਤੋਂ ਲੇਟਦਾ ਸੀ ਵੀ ਇਹਨਾਂ ਨੇ ਤੜਕੇ ਉੱਠਣਾ ਵਾ, ਕਿਤੇ ਨਾ ਹੋਵੇ ਨੌਕਰੀਆਂ ਨੂੰ ਉਠਾਲੇ ਤੇ ਇਹਨਾਂ ਦੇ ਕਿਤੇ ਸੱਟ ਲੱਗ ਜਾਵੇ। ਵੀ ਬਜ਼ੁਰਗ ਬੰਦੇ, ਉਹਨਾਂ ਨੂੰ ਜਨਾਬੇ ਜੀ ਆਪਣਾ ਨਾ ਕੀ ਗਰਮ ਪਾਣੀ ਦੇਣਾ, ਫਲਾਂਟ। ਹੁਣ ਤਾਂ ਨਿਆਣਿਆਂ ਨੂੰ ਮਾਂ ਪਿਓ ਆਵਾਜ਼ਾਂ ਮਾਰੀ ਜਾਂਦਾ। ਸਹੀ ਗੱਲ ਹੈ। ਕੋਈ ਨਿਆਣਾ ਗੱਲ ਹੀ ਨਹੀਂ ਸੁਣਦਾ। ਜਿਹੜਾ ਸਾਡੇ ਬਜ਼ੁਰਗ ਉੱਠ ਕੇ ਤੜਕੇ ਸਬਕ ਪੜ੍ਹਦੇ ਸੀ ਨਾ, ਕੁਰਾਨ ਪਾਕ ਨੂੰ ਕਹਿੰਦੇ ਸੀ ਵੀ ਸਬਕ ਪੜ੍ਹਦੇ। ਹਾਂ, ਜ਼ਰੂਰੀ ਸੀ, ਹਰ ਘਰ ਦੇ ਵਿੱਚ ਕੁਰਾਨ ਪਾਕ ਖੁੱਲਦੇ ਸੀਗੇ। ਹਾਂਜੀ, ਇਦਾਂ ਹੀ। ਅੱਛਾ ਸਾਜਿਦ ਸਾਹਿਬ, ਤੁਸੀਂ ਅੱਗੇ ਥੋੜੀ ਜਿਹੀ ਦੱਸ ਰਹੇ ਸੀ ਤਾਰੀਖ ਵੀ, ਇੱਥੇ ਤੁਹਾਡੇ ਇੱਕ ਮੇਲਾ ਲੱਗਦਾ ਸੀ, ਉੱਥੇ ਬੜੇ ਬੜੇ ਫਨਕਾਰ ਤੇ ਉਹ ਜਿਹੜਾ। ਹਾਂਜੀ, ਇਹ ਬਿਲਕੁਲ ਜੀ, ਇੱਥੇ ਜਾ ਕੇ ਸੜਕ ਮੇਨ ਬੂਰੇਵਾਲਾ ਰੋਡ ਤੇ ਲੱਗਦੀ ਨਾ ਜੀ, ਉੱਥੇ ਸਾਹਮਣੇ ਸਾਈਂ ਦੀ ਖੂਹੀ ਮਸ਼ਹੂਰ ਆ। ਅੱਛਾ ਜੀ। ਦਰਬਾਰ ਆ, ਤੇ ਉੱਥੇ ਮੇਲਾ ਲੱਗਦਾ ਸੀ, ਬੜਾ ਵੱਡਾ। ਹੁਣ ਵੀ ਲੱਗਦਾ, ਲੇਕਿਨ ਹੁਣ ਓਡਾ ਨਹੀਂ ਰਿਹਾ। ਪਹਿਲੇ ਇੱਥੇ ਆਲਮ ਲੋਹਾਰ, ਨਹਿਸਨ ਭੱਟੀ, ਬਾਲੀ ਜੱਟੀ, ਇਹ ਇੱਥੇ ਆਂਦੇ ਹੁੰਦੇ ਸੀ। ਇੱਥੇ ਬੜੇ ਸਾਈਂ ਅਖਤਰ ਨਹੀਂ, ਅਸੀਂ ਉਦੋਂ ਛੋਟੇ ਸੀਗੇ ਤੇ ਸਾਨੂੰ ਘਰੋਂ ਆਉਣ ਦੀ ਇਜਾਜ਼ਤ ਨਹੀਂ ਸੀ।
ਉਹ ਜਦੋਂ ਅਸੀਂ ਵੱਡੇ ਹੋਏ ਤੇ ਉਦੋਂ ਮੇਲੇ ਮੁੱਲੇ ਮੁੱਕ ਗਏ। ਕੁਝ ਉਹ ਜਿਹੜੇ ਫਨਕਾਰ ਸੀ ਲੋਕਲ ਫਨਕਾਰ ਉਹ ਅੱਲਾ ਨੂੰ ਪਿਆਰੇ ਹੋ ਗਏ। ਅਸੀਂ ਤਾਂ ਸਾਹਮਣੇ ਬਹਿ ਕੇ ਸੁਣਦੇ ਰਹੇ। ਤੇ ਉਹ ਇਹ ਆ ਕਿ ਹਾਂਜੀ। ਮੇਲਾ ਅਸੀਂ ਦੇਖਿਆ ਹੋਇਆ ਜੀ, ਹੁਣ ਵੀ ਦੇਖਦੇ ਆ। ਤਾਂ ਹੁਣ ਆ ਕੋਈ ਕਰਤਬ ਕੋਈ ਸਰਕਸ ਕੋਈ ਮੌਤ ਦਾ ਖੂਹ, ਇਹ ਲੱਗਦਾ ਹੁਣ ਉਹ ਵੱਡੇ ਫਨਕਾਰ ਉਹ ਨਹੀਂ ਆਉਂਦੇ। ਅੱਛਾ, ਤੁਸੀਂ ਉਹ ਦੇਖੇ ਆ ਫਨਕਾਰ ਜਦੋਂ? ਅਸੀਂ ਆਲਮ ਲੁਹਾਰ ਨੂੰ ਇਦਾਂ ਥੀਏਟਰ ਦੇ ਵਿੱਚ ਸਾਹਮਣੇ ਬਹਿ ਕੇ ਖੁੱਲਾ ਗਾਉਂਦੇ ਨੂੰ ਸੁਣਦੇ ਰਹੇ। ਅੱਛਾ ਆਲਮ ਲੁਹਾਰ, ਸਾਈਂ ਅਖਤਰ, ਆ ਬਾਲੀ ਜੱਟੀ, ਹਾਂਜੀ, ਇਹ ਸਾਰੇ ਜਿੰਨੇ ਫਨਕਾਰ ਸੀ, ਅਨੈਸਨ ਭੱਟੀ, ਉਹਨੂੰ ਵੀ ਅਨੈਸਨ ਭੱਟੀ ਨੂੰ ਵੀ ਇਹ ਸਾਹਮਣੇ ਇਦਾਂ ਖਾੜਾ ਲੱਗਾ ਆ। ਹੁਣ ਦੁਨੀਆ ਸਾਰੀ ਹੁੰਦੀ ਸੀ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰਾਤ ਆਪਣਾ ਨਾ ਕਿ ਲੋਕ ਜਿਹੜੇ ਉਸ ਵੇਲੇ ਵਜ੍ਹਾ ਇਹ ਸੀ ਨਾ, ਰਿਫਰੈਸ਼ਮੈਂਟ ਹੀ ਲੋਕਾਂ ਦੀ ਇਹ ਸੀ, ਮੋਬਾਈਲ ਤਾਂ ਹੈ ਕੋਈ ਨਹੀਂ ਸੀ। ਅੱਛਾ, ਉਸ ਟਾਈਮ ਥੀਏਟਰ ਜਿਹੜੇ ਸੀਗੇ ਤੁਸੀਂ ਮਸ਼ਹੂਰ ਥੀਏਟਰ ਕਿਹੜੇ ਦੇਖੇ, ਤਕੜੇ ਥੀਏਟਰ ਜਿਹੜੇ ਲੱਗਦੇ? ਥੀਏਟਰ ਦੀ ਸਾਈਂ ਅਖਤਰ ਦਾ, ਅੱਛਾ, ਆਲਮ ਲੁਹਾਰ ਦਾ, ਬਾਲੀ ਜੱਟੀ ਦਾ, ਸਾਈਂ ਅਖਤਰ ਦਾ, ਇਹ ਅਨੈਸਨ ਭੱਟੀ ਦਾ, ਇਹ 5-7 ਨਾ ਮਸ਼ਹੂਰ ਥੀਏਟਰ ਦੀ। ਫਿਰ ਸਰਕਸ ਆਉਣੀ, ਸਰਕਸਾਂ ਆਉਣੀਆਂ, ਮੌਤ ਦੇ ਖੂਹ, ਹਜ਼ਾਰਾਂ ਦੀ ਤਾਦਾਦ ਚ ਲੋਕ ਆਪਣਾ ਨਾ ਕੀ ਇੱਥੇ ਆਪਣਾ ਨਾ ਕੀ ਆਪਣਾ ਰਿਸਕ ਲੈ ਕੇ ਜਾਂਦੇ। ਦੁਕਾਨਾਂ ਬੜੀਆਂ ਲੱਗਦੀਆਂ ਸੀ। ਇੱਕ ਗਾਮਨ ਦਾ ਥੀਏਟਰ ਹੁੰਦਾ ਸੀ, ਗਾਮਣ ਦਾ ਵੀ ਦੇਖਿਆ, ਅੱਛਾ ਉਹ ਵੀ ਦੇਖਿਆ, ਲੈਲਪੁਰ ਦਾ। ਅੱਛਾ ਜੀ, ਸ਼ਾਮ ਹੋ ਗਈ ਆ ਤੇ ਹੁਣ ਸਾਡੇ ਕੋਲ ਟਾਈਮ ਥੋੜਾ ਸੀ, ਪਰ ਜਿਹੜੀਆਂ ਨੰਬਰਦਾਰ ਸਾਹਿਬ ਦੀਆਂ ਗੱਲਾਂ ਬਹੁਤ ਸਵਾਦ ਦੇ ਰਹੀਆਂ ਸੀ। ਕਿਤੇ ਫੇਰ ਰੱਬ ਨੇ ਮੌਕਾ ਦਿੱਤਾ ਤੇ ਕੋਈ ਲੰਬੀ ਬੈਠਕ ਕਰਾਂਗੇ ਇਨਸ਼ਾਅੱਲਾ ਤਾਲਾ। ਤੇ ਹੁਣ ਸਾਨੂੰ ਇਜਾਜ਼ਤ ਦਿਓ ਜੀ, ਅਸੀਂ ਹੁਣ ਜਾਂਦੇ ਹਾਂ ਘਰ ਨੂੰ, ਸਫਰ ਵਾਵਾ ਫਿਰ ਪਹੁੰਚਣਾ ਵੀ। ਟੀਚਾ ਵਤਨੀ ਜੀ ਐਡਾ ਸਲੂਕ ਵਾਲਾ ਸ਼ਹਿਰ ਆ, ਐਡੀ ਮੁਹੱਬਤ ਪਿਆਰ ਵਾਲਾ ਸ਼ਹਿਰ ਆ। ਮੈਂ ਕਹਿੰਦਾ ਵੀ ਜਿੱਦਾਂ ਸਾਧੂ ਜੇ ਬੰਦੇ ਆ, ਇਹਨਾਂ ਦੇ ਵਿੱਚ ਉਹ ਗੱਲ ਹੀ ਹੈ ਨਹੀਂ। ਕੋਈ ਕਤਲੋ ਗਾਰਤ ਨਹੀਂ ਗੀ, ਕੋਈ ਐਸਾ ਮਾਮਲਾ ਨਹੀਂਗਾ, ਆਪਸ ਵਿੱਚ ਹੀ ਬੜਾ ਪਿਆਰ ਮੁਹੱਬਤ ਤੇ ਵਾਲੇ ਲੋਕ, ਮਿਹਨਤ ਵਾਲੇ ਬੰਦੇ, ਰਿਜ਼ਕੇ ਹਲਾਲ ਕਮਾਉਣ ਵਾਲੇ ਬੰਦੇ, ਬੜਾ ਪੁਰਅਮਨ ਸ਼ਹਿਰ। ਅੱਲਾਹ ਤਾਲਾ ਇਹਨੂੰ ਇਦਾਂ ਹੀ ਰੱਖੇ, ਆਮੀਨ, ਤਰੱਕੀਆਂ ਦੇਵੇ, ਇਦਾਂ ਹੀ ਪਿਆਰ ਮੰਨਦੇ ਰਹਿਣ। ਬੜੀ ਮਿਹਰਬਾਨੀ।